ਤੁਸੀਂ ਮਾਂ ਨਾਲ ਰਹਿਣਾ, ਜਿਹਨੂੰ ਆਪਾਂ ਪਾਰਟੀ ਨੂੰ ਮਾਂ ਕਹਿੰਦੇ ਆ, ਜਾਂ ਉਸ ਇਨਸਾਨ ਨਾਲ ਜਿਸ ਨੂੰ ਤੁਸੀਂ ਕਿਸੇ ਵੀ ਦਰਜੇ 'ਤੇ ਰੱਖ ਸਕਦੇ ਹੈਗੇ ਹੋ। ਇੱਕ ਬੜਾ ਔਖਾ ਹੁੰਦਾ ਇਹ ਫੈਸਲਾ ਲੈਣਾ। ਮੈਂ ਮਾਂ ਦੇ ਜਿਹੜਾ ਗੋਦ ਵਿੱਚ ਰਹਿਣਾ ਉਚਿਤ ਸਮਝਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਉਣਾ ਸੀ ਕਿ ਜੀ ਕੈਪਟਨ ਸੰਦੀਪ ਸੰਧੂ ਨੇ ਪ੍ਰਗਟ ਸਿੰਘ ਨੂੰ ਫੋਨ ਕੀਤਾ ਹੈ, ਧਮਕੀ ਦਿੱਤੀ ਹੈ, ਬੜੀ ਚਰਚਾ ਚੱਲੀ ਸੰਧੂ ਸਾਹਿਬ, ਇਹਦੇ ਪਿੱਛੇ ਦਾ ਕੀ ਸੱਚ ਹੈ ਜੀ? ਜੇ ਇਹ ਮੇਰੇ ਅੰਦਰ ਹੀ ਦਫਨ ਰਹਿ ਜੇ ਇਹੋ ਜਿਹੇ ਸਵਾਲਾਂ ਦੇ ਜਵਾਬ ਜੀ, ਉਹ ਸਭ ਲਈ ਬਿਹਤਰ ਹੋਣਗੇ ਜੀ। ਕਿਉਂਕਿ ਜੇ ਮੈਂ ਸ਼ੁਰੂ ਕਰਤਾ ਫਿਰ ਐਵੇਂ ਕਹਿੰਦੇ ਵੀ ਭਾਜਦੇ ਨੂੰ ਆਣ ਬਰਾਬਰ ਹੈ, ਫਿਰ ਹੋਰ ਪਾਸੇ ਨੂੰ ਗੱਲ ਜਾਊ। ਤੁਹਾਡੇ ਮੁਕਾਬਲੇ ਇੱਥੇ ਸੁਖਬੀਰ ਸਿੰਘ ਬਾਦਲ ਦਾ ਤੇ ਵਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਖਾਸ ਚਹੇਤਾ ਚੋਣ ਲੜ ਰਿਹਾ। ਮੈਂ ਕਹਿੰਦਾ ਕਿ ਮੈਂ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ, ਤੇ ਇੱਥੇ ਚਰਚਾ ਇਹ ਰਹੀ ਹੈਗੀ ਕਿ ਮਨਪ੍ਰੀਤ ਸਿੰਘ ਯਾਲੀ ਨੇ ਪਰਚਿਆਂ ਦੀ ਰਾਜਨੀਤੀ ਹੀ ਕੀਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਹੈ। ਅਰਵਿੰਦ ਕੇਜਰੀਵਾਲ ਪੰਜਾਬ 'ਚ ਆ ਕੇ ਕਹਿੰਦੇ ਨੇ ਮੈਨੂੰ ਇੱਕ ਮੌਕਾ ਦਿਓ, ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਪੰਜਾਬ ਮਾਡਲ ਲਾਗੂ ਕਰੂੰਗਾ। ਕੇਜਰੀਵਾਲ ਬਾਰੇ ਕੀ ਸੋਚਦੇ? ਜਿਹੜੀ ਪਾਰਟੀ 20 ਜਾਣੇ ਇਕੱਠੇ ਰੱਖਣ 'ਚ ਸਮਰਥ ਨਹੀਂ ਹੋ ਸਕੀ ਜਾਂ ਨਹੀਂ ਕਰ ਸਕੀ, ਉਸ ਪਾਰਟੀ ਨੂੰ ਤੁਸੀਂ ਕੀ ਵਾਗਡੋਰ ਸੰਭਾਲਣੀ ਦੀ ਜ਼ਿੰਮੇਵਾਰੀ ਦੇ ਸਕਦੇ ਹੋ? ਤੁਹਾਡੇ 20 ਤੋਂ 18, 18 ਤੋਂ 17, 17 ਤੋਂ 12, 12 ਤੋਂ 14, 14 ਤੋਂ 11, 11 ਤੋਂ 12 ਆਹੀ ਕੁਛ ਚੱਲੀ ਗਿਆ ਹੈਗਾ। ਕਾਂਗਰਸ ਪਾਰਟੀ ਦੇ ਵਿੱਚ ਕੌਣ ਹੋਊਗਾ ਸੀਐਮ ਦਾ ਚਿਹਰਾ, ਤੇ ਭਗਵੰਤ ਮਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਾਡੇ ਕੋਲ ਤਾਂ ਮੌਜੂਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੈਗੇ ਆ, ਜਿਹੜੇ ਪਾਰਟੀ ਨੂੰ ਇਲੈਕਸ਼ਨ 'ਚ ਲੈ ਕੇ ਜਾ ਰਹੇ ਆ। ਅੱਜ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਨਵਜੋਤ ਸਿੰਘ ਸਿੱਧੂ ਨਹੀਂ ਹੋਣਗੇ। ਤੁਹਾਡੇ ਪਾਰਟੀ ਦੇ ਪ੍ਰਧਾਨ ਹੈ, ਜਾਖੜ ਸਾਹਿਬ ਸਾਡੀ ਕਮੇਟੀ ਦੇ ਚੇਅਰਮੈਨ ਹੈ, ਔਰ ਤਿੰਨੇ ਜਿਹੜੇ ਹੈਗੇ ਆ ਕੈਂਪੇਨ ਦਾ ਹਿੱਸਾ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਦੀ ਹੋਰਾਂ ਦੇ ਨਾਲ ਹੱਥ ਮਿਲਾਇਆ ਪੰਜਾਬ ਦੇ ਵਿੱਚ। ਕਿ ਮੇਰਾ ਆਪਦੀ ਮਾਂ ਪਾਰਟੀ 'ਚ ਰਹਿਣਾ ਉਸ ਉਚਿਤ ਸੀਗਾ, ਜਾਂ ਉਸ ਪਾਰਟੀ ਨਾਲ ਹੱਥ ਮਿਲਾਉਣ ਵਾਲੇ ਪਾਰਟੀ ਨਾਲ ਜਾਣਾ ਜਿਸ ਪਾਰਟੀ ਨੇ ਹਜੇ 750 ਪਰਿਵਾਰਾਂ ਦੇ ਜਿਹੜੇ ਚਸ਼ਮੇ ਚਿਰਾਗ ਸੀ ਉਹ ਚਲੇ ਗਏ, ਉਸ ਪਾਰਟੀ ਨਾਲ ਜਾਣਾ ਮੇਰਾ ਠੀਕ ਹੋਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ ਜਾਂ ਕਾਂਗਰਸ ਪਾਰਟੀ ਨਾਲ? ਤੁਸੀਂ ਫਿਰ ਕੀ ਸਮਝਦੇ ਹੋ? ਜਿਸ ਪਾਰਟੀ ਦੇ ਵਿੱਚ 3 ਪੁਸ਼ਤਾਂ ਰਹਿ ਗਈਆਂ, ਮੈਂ ਉਸ ਪਾਰਟੀ ਨੂੰ ਕਿਸ ਤਰ੍ਹਾਂ ਅਲਵਿਦਾ ਕਹਾਂ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਦਾਖਾ ਹਲਕੇ ਦੇ ਵਿੱਚ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਲੈ ਕੇ। ਦਾਖਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੇ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੀ ਨਜ਼ਦੀਕੀ ਰਹੇ ਤੇ ਇਸ ਟਾਈਮ ਮੌਜੂਦਾ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਕਾਫੀ ਪਕੜ ਹੈ। ਉਹ ਇੱਕ ਰਣਨੀਤੀ ਘਾੜੇ ਦੇ ਤੌਰ ਉੱਤੇ ਜਾਣੇ ਜਾਂਦੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਜੇ ਲੋਹਾ ਆਪਣਾ ਮਨਵਾਇਆ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿ ਕੇ ਵੀ ਮਨਵਾਇਆ, ਤੇ ਹੁਣ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਖੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਨਿਰਮਲ ਜੀ, ਔਰ ਤੁਹਾਡੇ ਜ਼ਰੀਏ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਤੁਸੀਂ ਦਾਖਾ ਹਲਕੇ ਤੋਂ ਹੀ ਟਿਕਟ ਕਿਉਂ ਚੁਣਦੇ ਹੋ, ਤੇ ਕੀ ਕਾਰਨ ਹੈ ਦਾਖਾ ਹਲਕੇ ਨਾਲ ਤੁਹਾਡਾ ਕਿੰਨਾ ਪਿਆਰ ਹੈ? ਬੜਾ ਵਾਜਿਬ ਸਵਾਲ ਹੈ ਜੀ। ਦੇਖੋ, ਮੇਰਾ ਪਿਛੋਕੜ ਹੈਗਾ ਫਰੀਦਕੋਟ ਜ਼ਿਲ੍ਹੇ ਦਾ ਜੀ, ਪਿੰਡ ਭਾਗ ਸਿੰਘ ਵਾਲਾ, ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦਾ। ਮੁੱਢਲੀ ਪੜ੍ਹਾਈ ਫਰੀਦਕੋਟ ਤੋਂ ਕਰਕੇ ਫਿਰ ਮੈਂ ਪੰਜਾਬ ਪਬਲਿਕ ਸਕੂਲ ਨਾਭਾ ਚਲਾ ਗਿਆ, ਔਰ ਉਸ ਤੋਂ ਬਾਅਦ ਅੱਗੇ ਗਵਰਨਮੈਂਟ ਕਾਲਜ ਵਿੱਚ ਥੋੜ੍ਹਾ ਸਮਾਂ ਲਾ ਕੇ ਸਮੁੰਦਰੀ ਜਹਾਜ਼ਾਂ ਵਿੱਚ ਚਲਾ ਗਿਆ। ਜੋ ਤੁਸੀਂ ਸਵਾਲ ਪੁੱਛਿਆ ਹੈ, ਵਾਕਿਆ ਮੇਰਾ ਕਿਸੇ ਤਰੀਕੇ ਨਾਲ ਕੋਈ ਰਿਸ਼ਤਾ ਨਾਤਾ ਦਾਖਾ ਹਲਕੇ ਨਾਲ ਨਹੀਂ ਸੀ। ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਇੱਥੇ ਕਿ ਮੈਂ ਤਕਰੀਬਨ 13 ਜਾਂ 14 ਸਾਲ ਪਾਰਟੀ ਦੇ ਵਿੱਚ ਆਰਗੇਨਾਈਜੇਸ਼ਨ ਦਾ ਹਿੱਸਾ ਰਿਹਾ, ਬਤੌਰ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਪ੍ਰਦੇਸ਼ ਕਾਂਗਰਸ ਕਮੇਟੀ ਦਾ ਦਫ਼ਤਰ, ਔਰ ਉਸ ਦੇ ਜ਼ਰੀਏ ਮੇਰਾ ਇੰਨੇ ਸਾਲਾਂ ਦਾ ਹੀ ਸੰਪਰਕ ਰਿਹਾ ਦਾਖੇ ਹਲਕੇ ਦੇ ਕਾਂਗਰਸ ਦੇ ਵਰਕਰਸ ਦੇ ਨਾਲ। ਮੈਂ ਹਲਕਾ ਚੁਣਨ ਦਾ ਜਿਹੜਾ
ਜਿਹੜਾ ਤੁਸੀਂ ਸਵਾਲ ਪੁੱਛਿਆ, ਇਹਦੀ ਨਾ ਤਾਂ ਜ਼ਿੰਮੇਵਾਰੀ ਮੇਰੇ ਤੇ ਸੀ। ਮੌਜੂਦਾ ਜਿਹੜੇ ਉਦੋਂ ਦੇ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹੁਣ ਜਿਹੜੇ ਚੇਅਰਮੈਨ ਕੈਂਪੇਨ ਕਮੇਟੀ ਹੈ ਸ਼੍ਰੀ ਸੁਨੀਲ ਜਾਖੜ ਜੀ, ਜਦੋਂ ਬਾਈ ਇਲੈਕਸ਼ਨਾਂ ਅਨਾਊਂਸ ਹੋਈਆਂ ਉਹਨਾਂ ਦੀ ਆਪਣੀ ਸੋਚ ਦੇ ਮੁਤਾਬਿਕ ਮੈਨੂੰ ਦਾਖੇ ਵਿੱਚ ਭੇਜਿਆ ਤੇ ਉਸ ਤੋਂ ਬਾਅਦ ਦਾਖਾ ਹਲਕਾ ਮੇਰੀ ਕਰਮ ਭੂਮੀ ਬਣ ਗਈ। ਸੰਧੂ ਸਾਹਿਬ, ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਤੁਹਾਡਾ ਅਹਿਮ ਰੋਲ ਸੀ। ਤੁਸੀਂ ਰਣਨੀਤੀ ਘਾੜੇ ਦੇ ਤੌਰ ਉੱਤੇ 2017 ਦੀਆਂ ਚੋਣਾਂ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਸੀ। ਉਸ ਤੋਂ ਪਹਿਲਾਂ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੰਪੇਨ ਕਰਦੇ ਹੁੰਦੇ ਸੀ। ਹੁਣ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਜੀ? ਦੇਖੋ, ਸਭ ਤੋਂ ਪਹਿਲਾਂ ਬੜੇ ਸਤਿਕਾਰਯੋਗ ਹੈ, ਉਮਰ ਦੇ ਹਿਸਾਬ ਨਾਲ, ਸਿਆਸਤ ਦੇ ਹਿਸਾਬ ਨਾਲ ਉਹਨਾਂ ਦਾ ਤਜਰਬਾ ਔਰ ਮੇਰੀ ਉਮਰ ਲਗਭਗ ਸੇਮ ਹੈ। ਮੈਂ ਉਹਨਾਂ ਨਾਲ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਜਿਹੜਾ ਮੇਰਾ ਉਹਨਾਂ ਨਾਲ ਮੇਲ ਹੋਇਆ ਉਹ 2008 ਵਿੱਚ ਹੋਇਆ ਔਰ ਉਸ ਤੋਂ ਬਾਅਦ ਮੈਂ ਲਗਾਤਾਰ ਜਿੰਨਾ ਚਿਰ ਉਹ ਪਾਰਟੀ ਵਿੱਚ ਰਹੇ ਮੇਰੀਆਂ ਜਿਹੜੀਆਂ ਸੇਵਾਵਾਂ ਸੀ ਸਿੱਧੇ ਤੌਰ 'ਤੇ ਉਹਨਾਂ ਦੇ ਨਾਲ ਔਰ ਉਸੇ ਤਰੀਕੇ ਨਾਲ ਪਾਰਟੀ ਦੇ ਨਾਲ ਜੁੜੀਆਂ ਰਹੀਆਂ, ਕਿਉਂਕਿ ਉਸ ਸਮੇਂ ਤੋਂ ਲੈ ਕੇ ਜਿਸ ਸਮੇਂ ਤੱਕ ਉਹਨਾਂ ਨੇ ਪਾਰਟੀ ਛੱਡੀ ਉਹ ਪਾਰਟੀ ਦੇ ਇੱਕ ਅਹਿਮ ਹਿੱਸਾ ਸਨ। ਜਦੋਂ ਉਹਨਾਂ ਨੇ ਪਾਰਟੀ ਛੱਡੀ ਤੇ ਉਹਨਾਂ ਦੀ ਜਿਹੜੀ ਸੋਚ ਸੀਗੀ ਕਿ ਉਹ ਇੱਕ ਨਵੀਂ ਪਾਰਟੀ ਬਣਾਉਣਗੇ ਔਰ ਉਸ ਦਾ ਜਿਹੜਾ ਰਿਸ਼ਤਾ ਹੋਊਗਾ ਉਹ ਭਾਰਤੀ ਜਨਤਾ ਪਾਰਟੀ ਨਾਲ ਹੋਊਗਾ। ਮੇਰੀ ਜਿਹੜੀ ਸੋਚ ਸੀ ਜਾਂ ਮੇਰੀ ਜਿਹੜੀ ਸਮਝ ਲਓ ਤਿੰਨ ਪੁਸ਼ਤੀ ਜਿਹੜੀ ਸਾਡੀ ਪਰਿਵਾਰਿਕ ਜਿਹੜੀ ਸੋਚ ਰਹੀ ਹੈਗੀ ਹੈ ਉਹ ਕਾਂਗਰਸ ਪੱਖੀ ਰਹੀ ਹੈਗੀ ਹੈ। ਮੇਰੇ ਦਾਦਾ ਜੀ ਇੱਕ ਵੋਟਰ ਸੀਗੇ ਕਾਂਗਰਸ ਪਾਰਟੀ ਦੇ ਔਰ ਮੇਰੇ ਫਾਦਰ ਸਾਹਿਬ ਇੱਕ ਵਰਕਰ ਸੀਗੇ ਕਾਂਗਰਸ ਪਾਰਟੀ ਦੇ। ਉਹਨਾਂ ਨੇ ਵੱਖਰੇ ਵੱਖਰੇ ਸਮੇਂ 'ਤੇ ਵੱਖਰੇ ਵੱਖਰੇ ਲੀਡਰਾਂ ਲਈ ਕੰਮ ਕੀਤਾ ਸੀ ਕਾਂਗਰਸ ਪਾਰਟੀ ਦੇ, ਜਿਹੜੇ ਕਾਂਗਰਸ ਦੇ ਵਿੱਚ ਸਟੇਟ ਲੈਵਲ ਲੀਡਰਸ ਵੀ ਸੀ ਔਰ ਸਾਡੇ ਡਿਸਟ੍ਰਿਕਟ ਲੈਵਲ ਦੇ ਲੀਡਰਸ ਵੀ ਸੀਗੇ। ਸੋ ਬੜਾ ਔਖਾ ਹੁੰਦਾ ਇਹ ਫੈਸਲਾ ਲੈਣਾ ਕਿ ਤੁਸੀਂ ਮਾਂ ਨਾਲ ਰਹਿਣਾ, ਜਿਹਨੂੰ ਆਪਾਂ ਪਾਰਟੀ ਨੂੰ ਮਾਂ ਕਹਿੰਦੇ ਹਾਂ, ਜਾਂ ਉਸ ਇਨਸਾਨ ਨਾਲ ਜਿਸ ਨੂੰ ਤੁਸੀਂ ਕਿਸੇ ਵੀ ਦਰਜੇ 'ਤੇ ਰੱਖ ਸਕਦੇ ਹੈਗੇ ਹੋ ਇੱਕ ਕਿਉਂਕਿ ਜਿਵੇਂ ਮੈਂ ਦੱਸਿਆ ਜਿੰਨੀ ਮੇਰੀ ਉਮਰ ਉਨੀ ਉਹਨਾਂ ਦੀ ਪੋਲੀਟਿਕਸ ਦੇ ਵਿੱਚ ਉਹਨਾਂ ਦਾ ਸਥਾਨ ਜਾਂ ਸਮਾਂ ਉਹਨਾਂ ਨੇ ਬਿਤਾਇਆ, ਉਹਨਾਂ ਦੀ ਸੋਚ ਔਰ ਉਹਨਾਂ ਦੀ ਉਹ ਸੀਗੀ। ਸੋ ਪਰ ਜਿਵੇਂ ਮੈਂ ਦੱਸਿਆ ਕਿ ਮੈਂ ਮਾਂ ਦੇ ਜਿਹੜਾ ਗੋਦ ਵਿੱਚ ਰਹਿਣਾ ਉਚਿਤ ਸਮਝਿਆ। ਸੰਧੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜ ਪ੍ਰਣਾਲੀ ਦੇ ਵਿੱਚ ਕਿੰਨਾ ਕੁ ਫਰਕ ਤੁਸੀਂ ਕੀ ਸਮਝਦੇ ਹੋ? ਕਿਸ ਤਰ੍ਹਾਂ ਦੋਨਾਂ ਦੇ ਲੀਡਰਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਦੇਖੋ, ਕੈਪਟਨ ਸਾਹਿਬ ਐਡਮਿਨਿਸਟ੍ਰੇਟਿਵਲੀ ਜਿਹੜਾ ਸਾਰਾ ਰੋਲ ਸੀਗਾ ਉਹ ਥਰੂ ਬਿਊਰੋਕ੍ਰੇਸੀ ਸੀਗਾ, ਆਫਿਸਰ ਸਾਹਿਬਾਨਾਂ ਦੇ ਜ਼ਰੀਏ ਉਹ ਆਪਦੇ ਜਿਹੜੇ ਸਾਰੇ ਕੰਮਕਾਜ ਸੀ ਨਿਪਟਾਉਣ ਦਾ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਸੀ। ਸਦਾ ਚਰਨਜੀਤ ਸਿੰਘ ਚੰਨੀ ਹੈਂਡਜ਼ ਔਨ ਮੁੱਖ ਮੰਤਰੀ ਹੈ, ਆਪ ਜਿਹੜਾ ਹੈਗਾ ਫੈਸਲੇ ਲੈਣ ਦਾ ਜਿਹਨੂੰ ਕਹਿ ਲਓ ਉਹਨਾਂ ਦੇ ਵਿੱਚ ਉਹ ਹੈਗੀ ਹੈ ਤਰੀਕਾ ਹੈਗਾ ਔਰ ਇੰਪੋਰਟੈਂਟਲੀ ਉਹ ਬਹੁਤ ਭਰੋਸਾ ਕਰਦੇ ਆ ਸਿਆਸੀ ਸਿਸਟਮ 'ਤੇ। ਜਦੋਂ ਵੀ ਉਹਨਾਂ ਨੇ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ ਜਿਹੜੀ ਉਹ ਸਾਂਝੀ ਕਰਕੇ ਅੱਗੇ ਚੱਲਣੀ ਚਾਹੁੰਦੇ ਹੋਣ, ਉਹ ਹਰ ਇੱਕ ਲੈਵਲ ਦੇ ਲੀਡਰ ਨਾਲ ਗੱਲ ਕਰਕੇ ਉਹਨਾਂ ਤੋਂ ਫੀਡਬੈਕ ਲੈ ਕੇ ਫੈਸਲਾ ਲੈਂਦੇ ਹੈਗੇ ਆ। ਦੂਸਰਾ, ਉਮਰ ਕਰਕੇ ਵੀ ਔਰ ਅਦਰਵਾਈਜ਼ ਆਲਸੋ ਬਹੁਤ ਜ਼ਿਆਦਾ ਵਰਕਹੋਲਿਕ ਹੈ, ਐਨਰਜੈਟਿਕ ਬਹੁਤ ਹੈ, ਕੰਮ ਕਰਨ ਦਾ ਜਜ਼ਬਾ ਬਹੁਤ ਹੈ। ਮੈਂ ਤਾਂ ਉਹਨਾਂ ਨੂੰ ਸਵੇਰੇ 7 ਵਜੇ ਵੀ ਮਿਲਿਆ, ਦੁਪਹਿਰੇ 12 ਵਜੇ ਵੀ ਮਿਲ ਲਿਆ, ਰਾਤ ਨੂੰ 10 ਵਜੇ ਵੀ ਮਿਲ ਰਿਹਾ, ਰਾਤ ਨੂੰ 2 ਵਜੇ ਵੀ ਮਿਲ ਲਿਆ। ਟੈਲੀਫੋਨ ਕਰਦੇ ਆ ਜੇ ਕਿਤੇ ਬਿਜ਼ੀ ਹੁੰਦੇ ਆ, ਨਹੀਂ ਫੋਨ ਚੱਕ ਪਾਉਂਦੇ, ਪਰ ਜਿਹੜੇ ਕੋਈ ਵੀ ਰਾਤ ਦਾ ਸਮਾਂ ਹੋਵੇ ਮੈਂ ਇਹ ਵੀ ਬੜੀ ਵਾਰ ਕੋਸ਼ਿਸ਼ ਜਾਂ ਬੜੀ ਵਾਰ ਜਦੋਂ ਜ਼ਰੂਰਤ ਪਈ ਹੈ ਕਾਲ ਕੀਤੀ ਹੈ, ਉਹਨਾਂ ਵੱਲੋਂ ਹਮੇਸ਼ਾ ਉਸ ਚੀਜ਼ ਦਾ ਜਵਾਬ ਮਿਲਿਆ ਹੈਗਾ। ਇੱਕ ਆਮ ਘਰ ਤੋਂ ਉੱਠ ਕੇ ਆਏ ਹੈ, ਇੱਕ ਗੈਰ ਸਿਆਸੀ ਪਰਿਵਾਰ ਤੋਂ ਉੱਠੇ ਹੈ, ਉਹੋ ਜਿਹਾ ਹੀ ਪਿਛੋਕੜ ਮੇਰਾ ਰਿਹਾ ਹੈਗਾ। ਪਰ ਇੰਪੋਰਟੈਂਟ ਗੱਲ ਹੈਗੀ ਹੈ ਕਿ ਇੱਕ ਆਮ ਗੱਲ ਨੂੰ ਸਮਝਦੇ ਹੈ, ਇਹ ਬੜਾ ਉਹਨਾਂ ਦੇ ਵਿੱਚ ਜੋ ਮੈਂ ਦੇਖਣ ਚਾਹੀਏ ਇੱਕ ਆਮ ਇਨਸਾਨ ਦੀ, ਇੱਕ ਕਾਮਨ ਫੈਮਿਲੀ ਦੀ ਕੀ ਇਸ਼ੂਜ਼ ਜਾਂ ਕੀ ਪ੍ਰੋਬਲਮਸ ਹੈਗੀਆਂ ਉਹਨਾਂ ਤੋਂ ਬੜੇ ਅੱਛੀ ਤਰ੍ਹਾਂ ਉਸ ਤੋਂ ਜਾਣੂ ਹੈਗੇ ਆ ਔਰ ਇਸੇ ਕਰਕੇ
ਆ ਜਿਵੇਂ ਪੈਟਰੋਲ ਸਸਤਾ ਹੋਇਆ, ਡੀਜ਼ਲ ਸਸਤਾ ਹੋਇਆ, ਬਿਜਲੀ ਸਸਤੀ ਹੋਈ, ਬਿਜਲੀ ਦੇ ਬਿੱਲ ਮਾਫ ਹੋਏ, ਇਹ ਸਾਰੇ ਉਸ ਸੋਚ ਦੇ ਹਿੱਸਾ ਰਹੇ ਨੇ। ਸੰਧੂ ਸਾਹਿਬ, ਦਾਖਾ ਹਲਕੇ ਨੂੰ ਤੁਸੀਂ ਇੱਥੋਂ ਚੁਣਿਆ। ਪਿਛਲੀ ਵਾਰ ਤੁਹਾਨੂੰ ਕੁਝ ਮਾਰਜਨ ਦੇ ਵਿੱਚ ਤੁਹਾਨੂੰ ਆਪਣੇ ਵਿਰੋਧੀਆਂ ਤੋਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਤੁਸੀਂ ਹਲਕੇ ਦੇ ਉੱਤੇ ਕਮਾਂਡ ਨਹੀਂ ਛੱਡੀ। ਕਿਹੜੇ ਇਸ ਹਲਕੇ ਦੀਆਂ ਸਮੱਸਿਆਵਾਂ ਸੀ, ਕਿਹੜੀਆਂ ਹੈਗੀਆਂ ਨੇ, ਕਿਹੜੇ ਮੁੱਦੇ ਤੁਸੀਂ ਹੱਲ ਕਰ ਪਾਏ? ਕਿਉਂਕਿ ਇੱਥੇ ਕਾਫੀ ਮੁੱਦੇ ਚਰਚਾ ਦੇ ਵਿੱਚ ਰਹੇ ਨੇ। ਨਿਰਮਲ ਜੀ, ਇਸ ਤਰ੍ਹਾਂ ਹੈਗਾ ਕਿ ਇਲੈਕਸ਼ਨ ਲੜਨੀ ਤੇ ਲੜਾਉਣੀ 'ਚ ਬੜਾ ਫਰਕ ਹੁੰਦਾ ਜੀ। ਗੁੱਤ ਗੁੰਦਣੀ, ਆਪਦੀ ਗੁੱਤ ਗੁੰਦਣੀ ਕਈ ਵਾਰ ਔਖੀ ਪੈ ਜਾਂਦੀ ਹੈ। ਔਰ ਬਾਈ ਇਲੈਕਸ਼ਨ 'ਚ ਕੁਝ ਇਸ ਤਰ੍ਹਾਂ ਹੀ ਹੋਇਆ, ਕਿਉਂਕਿ ਮੇਰਾ ਆਪਦਾ ਤਜਰਬਾ ਹਮੇਸ਼ਾ ਇਲੈਕਸ਼ਨ ਲੜਾਉਣ ਦਾ ਸੀ। ਬਿਲਕੁਲ, ਤੁਸੀਂ ਸਾਰੇ ਹਲਕਿਆਂ ਦੇ ਉੱਤੇ ਹੀ। ਸੋ ਜਦੋਂ ਮੈਂ ਇੱਥੇ ਇਲੈਕਸ਼ਨ ਲੜਨ ਆਇਆ, ਸੋ ਮੇਰਾ ਇਹ ਸੋਚ ਸੀ ਕਿ ਜਿਹੜੇ ਮੈਨੂੰ ਇਲੈਕਸ਼ਨ ਲੜਾਉਣਗੇ ਉਸੇ ਤਰੀਕੇ ਨਾਲ ਹੀ ਉਹ ਪਿੱਛੇ ਬੈਠ ਕੇ ਲੜਨਗੇ ਜਿਵੇਂ ਮੈਂ ਲੜਾਉਂਦਾ ਰਿਹਾ। ਨਤੀਜਾ ਸਭ ਦੇ ਸਾਹਮਣੇ ਆਇਆ, ਔਰ ਨਤੀਜੇ ਨੂੰ ਖਿੜੇ ਮੱਥੇ ਤਾਂ ਨਹੀਂ, ਪਰ ਸਿਰ ਝੁਕਾ ਕੇ ਸਵੀਕਾਰ ਕੀਤਾ। ਖਿੜੇ ਮੱਥੇ ਸਵੀਕਾਰ ਕਰਨਾ ਔਖਾ ਹੁੰਦਾ, ਹਾਰ ਨੂੰ ਬਹੁਤ ਔਖਾ ਹੁੰਦਾ। ਬਿਲਕੁਲ। ਇਹ ਹੁਕਮ ਆਇਆ ਕਿ ਤੁਸੀਂ ਇਲੈਕਸ਼ਨ ਲੜ ਲਈ ਹੈ, ਹੁਣ ਸਮਾਨ ਚੱਕੋ ਤੇ ਆ ਜਾਓ। ਤੇ ਨਾਲ ਇਹ ਵੀ ਦਿਮਾਗ 'ਚ ਗੱਲ ਸੀ ਕਿ ਜਦੋਂ ਮੈਂ ਇੱਥੇ ਆਇਆ ਸੀ, ਮੇਰੇ ਆਉਣ ਤੋਂ ਪਹਿਲਾਂ ਹੀ ਜਿਹੜੇ ਇੱਥੇ ਵਿਰੋਧੀ ਸੀ ਮੇਰੇ, ਔਰ ਜਿਹੜੇ ਉਸ ਤੋਂ ਬਾਅਦ MLA ਬਣੇ, ਇੱਕ ਇੱਥੇ ਬਹੁਤ ਤਰੀਕੇ ਨਾਲ ਚਰਚਾ ਬਣਾਤੀ ਸੀ ਕਿ ਦੇਖੋ ਇੱਥੇ ਇੱਥੇ ਸਾਰੇ ਜਿਹੜੇ ਲੀਡਰ ਆਏ ਆ, ਪੈਰਾਸ਼ੂਟ ਹੀ ਆਏ ਆ ਜਾਂ ਇਹੋ ਜਿਹੇ ਆਏ ਆ ਜਿਨ੍ਹਾਂ ਨੂੰ ਤੁਸੀਂ MLA ਜਾਂ MP ਬਣਾਇਆ, ਉਹ ਮੁੜ ਵਾਪਸ ਨਹੀਂ ਆਏ ਜੀ। ਤੇ ਇਹ ਤਾਂ ਜਮਾਂ ਹੀ ਮੌਜੂਦਾ ਮੁੱਖ ਮੰਤਰੀ ਦਾ ਮੁੱਛ ਦਾ ਵਾਲ ਹੈ, ਇਹਨੂੰ ਤੁਸੀਂ ਇਲੈਕਸ਼ਨ ਜਿਤਾ ਦੇਣੀ ਹੈ, ਇਹਨੇ ਮੁੜ ਦਾ ਅੱਖਾਂ ਨਹੀਂ ਦੇਖਣਾ। ਤੇ ਮੈਂ ਆਪਦੀ ਇਲੈਕਸ਼ਨ ਦੇ ਦੌਰਾਨ ਇਹੀ ਗੱਲ ਕਹਿੰਦਾ ਰਿਹਾ ਸਾਰੇ ਦਰਸ਼ਕਾਂ ਨੂੰ ਔਰ ਸਾਰੇ ਵੋਟਰ ਸਾਹਿਬਾਨਾਂ ਨੂੰ ਕਿ ਮੈਂ ਹੁਣ ਇਸ ਨੂੰ ਕਰਮ ਭੂਮੀ ਬਣਾ ਲਿਆ। ਨਤੀਜਾ ਜੋ ਮਰਜ਼ੀ ਹੋਵੇ, ਮੈਂ ਇੱਥੇ ਹੀ ਰਵਾਂਗਾ। ਨਤੀਜਾ ਜਦੋਂ ਇਹ ਆਇਆ ਔਰ ਉੱਥੋਂ ਬੁਲਾਵਾ ਜੋ ਮੈਂ ਤੁਹਾਨੂੰ ਦੱਸਿਆ ਉਹ ਆਇਆ, ਬੜਾ ਮੇਰੇ ਲਈ ਮੁਸ਼ਕਿਲ ਤੇ ਕਠਿਨ ਹੋ ਗਿਆ ਕਿ ਹੁਣ ਕੀ ਕਰਾਂ। ਖੈਰ, ਜੋ ਮਨ ਦੀ ਸੋਚ ਸੀ ਉਹ ਇੱਥੇ ਮੈਂ ਖੜਿਆ, ਔਰ ਮੈਂ ਅਗਲੇ ਦਿਨ ਸਵੇਰੇ ਹੀ ਪ੍ਰੈਸ ਦੇ ਜ਼ਰੀਏ ਤੇ ਤੀਸਰੇ ਦਿਨ ਜਿਹੜੇ ਸਾਡੇ ਹਲਕੇ ਦੇ ਸਾਰੇ ਸਤਿਕਾਰਯੋਗ ਲੀਡਰ ਸਾਹਿਬਾਨ ਹੈਗੇ ਆ, ਪਿੰਡ ਲੈਵਲ 'ਤੇ ਜਾਂ ਸ਼ਹਿਰ ਲੈਵਲ 'ਤੇ, ਸਾਰਿਆਂ ਨੂੰ ਬੁਲਾ ਕੇ ਉੱਥੇ ਐਲਾਨ ਕਰਤਾ ਕਿ ਮੈਂ ਹੁਣ ਪਰਿਵਾਰ ਦਾ ਹਿੱਸਾ ਬਣ ਚੁੱਕਿਆ ਔਰ ਮੈਂ ਹੁਣ ਇੱਥੇ ਹੀ ਰਵਾਂਗਾ। ਉਸ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਹੋਇਆ ਦਾਖੇ ਹਲਕੇ ਵਿੱਚ ਰਹਿਣ ਦਾ। ਔਰ ਜਿਹੜੇ ਸਵਾਲ ਤੁਸੀਂ ਕੀਤਾ ਨਿਰਮਲ ਜੀ, ਇਹ ਹਲਕਾ ਬਿਲਕੁਲ ਲੁਧਿਆਣੇ ਸ਼ਹਿਰ, ਜਿਹਨੂੰ ਆਪਾਂ ਫਾਈਨੈਂਸ਼ੀਅਲ ਕੈਪੀਟਲ ਆਫ ਦਾ ਸਟੇਟ ਕਹਿੰਦੇ ਆ, ਜਿਵੇਂ ਆਪਣਾ ਮੋਹਾਲੀ ਹੈ ਚੰਡੀਗੜ੍ਹ, ਜਿਵੇਂ ਮੋਹਾਲੀ ਚੰਡੀਗੜ੍ਹ ਨਾਲ ਲੱਗਦਾ ਜੀ, ਉਹੀ ਫਾਸਲੇ ਤੇ ਇਹ ਛੋਟਾ ਜਿਹਾ ਕਸਬਾ ਹੈਗਾ ਜੀ। ਬੜੇ ਦਿੱਗਜ ਲੀਡਰ ਇੱਥੋਂ ਲੀਡਰ ਬਣੇ, MLA ਬਣੇ, ਮੰਤਰੀ ਬਣੇ, ਰਿਜ਼ਰਵ ਤੋਂ ਇਹ ਹਲਕਾ ਜਰਨਲ ਹੋਇਆ, ਫਿਰ ਬੜੇ ਵੱਡੇ ਨਾਂ, ਵੱਡੀਆਂ ਹਸਤੀਆਂ ਇਸ ਹਲਕੇ ਨਾਲ ਜੁੜੀਆਂ। ਪਰ ਬੜੀ ਮੁੱਢਲੀ ਚੀਜ਼ਾਂ ਤੋਂ ਵਾਂਝਾ ਇਹ ਹਲਕਾ ਜੀ। 12 ਤੋਂ 17 ਇਹ ਹਲਕਾ ਚਰਚਾ ਦਾ ਵਿਸ਼ਾ ਬਣਿਆ। ਬੜੇ ਅਫਸੋਸ ਨਾਲ ਕਹਿ ਰਿਹਾ, ਜਦੋਂ ਤੁਸੀਂ ਯਾਦ ਕਰੋ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਬੜੇ ਇਸ਼ੂ ਪੂਰੇ ਪੰਜਾਬ 'ਚ ਚੱਲ ਗਿਆ ਸੀ, ਇੱਕ ਨਸ਼ਿਆਂ ਦੀ ਲਹਿਰ ਚੱਲੀ ਵੀ ਸੀ, ਉਹਦੇ ਵਿੱਚ ਬੜਾ ਅਫਸੋਸ ਨਾਲ ਇਹ ਹਲਕੇ ਦਾ ਨਾਂ ਉਸ ਅੱਖਰਾਂ ਦੇ ਵਿੱਚ ਆਇਆ। ਬਹੁਤ ਗੱਲਾਂ ਬਣੀਆਂ ਇਸ ਹਲਕੇ ਬਾਰੇ, ਕਿਉਂਕਿ ਡਰੱਗ ਦਾ ਮੁੱਦਾ ਵੀ ਇੱਥੇ ਚਰਚਾ ਦਾ ਰਿਹਾ, ਬਹੁਤ ਵੱਡਾ ਇਸ਼ੂ ਰਿਹਾ ਜੀ। ਇਹ ਇੱਕ ਬੜਾ ਵੱਡਾ ਇੱਥੇ ਮਸਲਾ ਸੀ। ਬੁਨਿਆਦੀ ਚੀਜ਼ਾਂ ਇੱਥੇ ਹੈ ਹੀ ਨਹੀਂ ਸੀ। ਪਿੰਡਾਂ ਦੇ ਵਿੱਚ ਖੇਡ ਪਾਰਕਾਂ ਬਾਰੇ ਅਕਸਰ ਜੀ ਜਿਹੜਾ ਸਿਆਸੀ ਸਮਾਂ ਜਦੋਂ ਆਉਂਦਾ ਸੀ, ਇਲੈਕਸ਼ਨਾਂ ਆਉਂਦੀਆਂ ਸੀ, ਉਹਨਾਂ ਬਾਰੇ ਬਹੁਤ ਚਰਚਾ ਹੁੰਦੀ ਸੀ, ਪਰ ਬੁਨਿਆਦੀ ਢਾਂਚਾ ਪਿੰਡਾਂ ਦੇ ਵਿੱਚ ਇੱਕ ਬੇਸਿਕ ਜ਼ਰੂਰਤ ਹੁੰਦੀ ਹੈ, ਉਹ ਚੀਜ਼ਾਂ ਉੱਥੇ ਨਹੀਂ ਸੀ। ਸ਼ਹਿਰ ਦੇ ਵਿੱਚ ਨਿਰਮਲ ਜੀ ਬੜਾ ਪੁਰਾਣਾ ਕਸਬਾ ਹੈ। ਮੈਂ ਛੋਟੀ ਜਿਹੀ ਗੱਲ ਦੱਸਦਾ ਜੀ ਕਿ ਈਵਨ ਐਜ਼ ਆਫ ਟੁਡੇ, ਕਿਉਂਕਿ ਇੱਥੋਂ ਕਈ ਮੰਤਰੀ ਵੀ ਰਹੇ ਨੇ। ਬਿਲਕੁਲ ਜੀ, ਪਾਣੀ ਦੀ ਟੈਂਕੀ ਹੈ ਨਹੀਂ। ਪਾਣੀ ਦੀ ਟੈਂਕੀ ਦਾ ਟੈਂਡਰ ਵਗੈਰਾ ਹੁਣ ਅਪਰੂਵ ਕਰਾ, ਔਰ ਮੈਂ 2.5 ਸਾਲ ਰਿਹਾ, ਮੈਨੂੰ ਇੱਥੇ ਇੱਕ ਟੈਂਕੀ ਦਿਖਦੀ ਸੀ, ਮੰਡੀ ਬੋਰਡ ਦੀ ਉਹ ਟੈਂਕੀ ਸੀ। ਸੋ ਮੈਂ ਸੋਚਿਆ ਸਪਲਾਈ ਇਸ ਕਿਸਮ ਦੀ ਹੈ। ਫਿਰ ਵਿੱਚ ਕਰੋਨਾ ਆ ਗਿਆ, ਚਲੋ ਤੁਸੀਂ ਉਹ ਸਮਾਂ
ਲੋਕਾਂ ਦੇ ਵਿੱਚ ਹੋਰ ਜਿਹੜੀ ਤੁਹਾਡੀ ਜ਼ਰੂਰੀ ਫਰਜ਼ ਸੀ ਉਹ 'ਚ ਨਿਭਾਏ। ਸਾਲ ਸਵਾ ਸਾਲ ਬਾਅਦ ਜਦੋਂ ਦੁਬਾਰਾ ਇਹ ਚੀਜ਼ ਪਤਾ ਕੀਤੀ ਤਾਂ ਮੈਂ ਦੱਸਣਾ ਚਾਹਾਂਗੇ ਕਿ ਹੁਣ 2 ਟੈਂਕੀਆਂ ਵਾਟਰ ਟੈਂਕਸ ਇਸ ਸ਼ਹਿਰ ਲਈ ਅਲਾਟ ਕਰਵਾਏ। ਦਾਖੇ 'ਚ ਜੀ ਕਿਤੇ ਮੁੱਲਾਪੁਰ ਦਾਖੇ ਜਿਹੜਾ ਆਪਣਾ ਜੀ ਕਸਬਾ ਹੈਗਾ ਜੀ। ਬੜਾ ਐਡਾ ਵੱਡਾ ਸ਼ਹਿਰ ਹੋਵੇ। ਬਿਲਕੁਲ ਸਰ। ਅੱਛਾ, ਬੱਸ ਸਟੈਂਡ ਹੈ ਨਹੀਂ ਜੀ। ਜਦੋਂ ਇੱਥੇ ਆਇਆ ਬੱਸ ਸਟੈਂਡ ਹੈ ਨਹੀਂ ਸੀ। ਅੱਜ ਇੱਥੇ 6 ਮਹੀਨਿਆਂ ਦੇ ਵਿੱਚ ਸਟੇਟ ਆਫ ਦਾ ਆਰਟ ਜਿਹੜਾ ਬੱਸ ਸਟੈਂਡ ਹੈਗਾ ਉਹ ਬਣ ਕੇ ਤਿਆਰ ਹੋਇਆ ਔਰ ਉਸ ਦੀ ਜਲਦੀ ਉਸ ਦੇ ਵਿੱਚ ਜਿਹੜੀ ਹੈਗੀ ਆ ਆਮਦੋ ਰਫਤ ਜਿਹੜੀ ਬੱਸਾਂ ਦੀ ਹੈਗੀ ਉਹ ਸ਼ੁਰੂ ਹੋ ਜਾਣੀ ਹੈ। ਬਹੁਤ ਚੌੜਾ ਅਤੇ ਲੰਬਾ ਇਹ ਕਿਸਮ ਦਾ ਇਹ ਹਲਕਾ ਹੈਗਾ। ਇੱਕ ਪਾਸੇ ਸਤਲੁਜ ਦਰਿਆ ਤੋਂ ਸ਼ੁਰੂ ਹੁੰਦਾ ਅਤੇ ਅਹਿਮਦਗੜ੍ਹ ਮੰਡੀ ਨਾਲ ਜਾ ਕੇ ਇਹ ਹਲਕਾ ਜਿਹੜਾ ਹੈਗਾ ਲੱਗ ਜਾਂਦਾ ਹੈਗਾ ਜੀ। ਫਾਇਰ ਸਟੇਸ਼ਨ ਇੱਕ ਰੌਲਾ ਪੈਂਦਾ ਸੀ ਵੀ ਬਹੁਤ ਇੱਥੇ ਕਣਕਾਂ ਵੇਲੇ ਗਰਮੀ ਕਰਕੇ ਅੱਗ ਲੱਗਣ ਦਾ ਡਰ, ਕਿਤੇ ਮੋਗੇ ਤੋਂ ਫਾਇਰ ਟੈਂਡਰਸ, ਕਿਤੇ ਲੁਧਿਆਣੇ ਤੋਂ ਫਾਇਰ ਟੈਂਡਰਸ। ਫਾਇਰ ਸਟੇਸ਼ਨ 1994-95 'ਚ ITI ਅਨਾਊਂਸ ਹੋਈ ਸੀ ਸਰ ਬੇਅੰਤ ਸਿੰਘ ਜੀ ਦੇ ਨਾਂ 'ਤੇ। ਉਹਨਾਂ ਦੇ ਸਹੁਰੇ ਪਿੰਡ ਸਵੱਦੀ ਕਲਾਂ ਜੀ। ਉਹ ਨਹੀਂ ਚੱਲੀ ਸੀ, ਅੱਜ ਉਹ ਚੱਲ ਰਹੀ ਹੈਗੀ ਆ। ਪੌਣੇ 200 ਕਰੋੜ ਦੇ ਆਸ-ਪਾਸ ਰੁਪਈਆ ਪਿੰਡਾਂ ਦੇ ਵਿੱਚ ਖਰਚ ਹੋਇਆ ਵਿਕਾਸ ਲਈ ਤੁਹਾਡੇ ਟਾਈਮ 'ਚ। ਬਿਲਕੁਲ ਜੀ। ਔਰ ਇਸ ਦੇ ਵਿੱਚ ਜਿਹੜੀਆਂ ਸੜਕਾਂ 18 ਫੁੱਟੀਆਂ ਹੋਈਆਂ 12 ਤੋਂ, ਜਿਹੜੀਆਂ ਮੰਡੀਆਂ ਬਣੀਆਂ ਜਾਂ ਵੱਡੀਆਂ ਜਾਂ ਪਾਹੇ ਆਪਾਂ ਕਹਿੰਦੇ ਹਾਂ ਉਹ ਪੱਕੇ ਕੀਤੇ। ਉਹ ਮੈਂ ਉਹ ਗਿਣਤੀ 'ਚ ਨਹੀਂ ਲੈ ਰਿਹਾ। ਜਿਹੜਾ ਬਿਜਲੀ ਦਾ ਕੰਮ ਹੋਇਆ ਗ੍ਰਿਡ ਸਟੇਸ਼ਨਸ ਨੂੰ ਲੈ ਕੇ ਜਾਂ ਲਾਈਨਸ ਨੂੰ ਲੈ ਕੇ, ਟਰਾਂਸਫਾਰਮਰਸ ਨੂੰ ਲੈ ਕੇ, ਮੈਂ ਉਹ ਨਹੀਂ ਵਿੱਚ ਕਰ ਰਿਹਾ। ਅਤੇ ਸ਼ਹਿਰ ਦੇ ਵਿੱਚ ਇਕੱਲੇ ਸ਼ਹਿਰ ਦੇ ਵਿੱਚ 50 ਕਰੋੜ ਤੋਂ ਉੱਤੇ ਜਿਹੜਾ ਹੈਗਾ ਕੰਮ ਜਿਹੜਾ ਵਿਕਾਸ ਲਈ ਖਰਚਾ ਕੀਤਾ। ਅੱਜ ਵੀ ਸਾਡਾ ਜਿਹੜਾ ਮੁੱਲਾਂਪੁਰ ਸ਼ਹਿਰ ਹੈ ਉਹਦਾ ਸੀਵਰੇਜ ਸਿਸਟਮ ਫਾਲਟੀ ਹੈ ਜੀ। ਅੱਜ ਵੀ ਰਿਪੀਟਡ ਮਸ਼ੀਨਾਂ ਖਰੀਦਣੀਆਂ ਪਈਆਂ, ਮਸ਼ੀਨਾਂ ਹੀ ਹੈ ਨਹੀਂ ਸੀ। ਇੱਥੇ ਇੱਕ ਇਹੋ ਜਿਹੇ ਨਗਰ ਸੀ ਇੱਥੇ ਨਿਰਮਲ ਜੀ, ਤੁਸੀਂ ਸਰਦੀਆਂ 'ਚ ਜਾਂ ਜਦੋਂ ਬਾਰਿਸ਼ਾਂ ਨਹੀਂ ਪੈਂਦੀਆਂ ਉਦੋਂ ਨਹੀਂ ਜਾ ਸਕਦੇ ਸੀ। ਇਸ ਕਿਸਮ ਦਾ ਉੱਥੇ ਪਾਣੀ ਖੜਿਆ ਰਹਿੰਦਾ ਸੀ। ਹਾਈਵੇ ਦੇ ਉੱਤੇ ਹੀ ਇੰਨਾ ਹੋ ਜਾਂਦਾ ਸੀਗਾ। ਐਗਜ਼ੈਕਟਲੀ ਜੀ। ਸੋ ਇਹ ਸਾਰੀਆਂ ਉਹ ਚੀਜ਼ਾਂ ਇੱਕ ਚੈਲੰਜ ਰਹੀਆਂ ਹੈਗੀਆਂ ਔਰ ਮੈਂ ਮਹਿਸੂਸ ਕਰਦਾ ਕਿ ਉਹਦੇ ਵਿੱਚ ਹਜੇ ਜਿਹੜੀ ਕੰਟਰੀਬਿਊਸ਼ਨ ਹੈ ਬਹੁਤ ਘੱਟ ਹੋਈ ਹੈ। ਹਜੇ ਵੀ ਬਹੁਤ ਕੁਛ ਹੋਣ ਵਾਲਾ। ਇੱਕ ਵਿਜ਼ਨ ਮੁੱਲਾਂਪੁਰ ਦਾਖਾ ਲਈ ਅਲੱਗ ਹੀ ਹੋਣਾ ਚਾਹੀਦਾ ਔਰ ਉਹ ਇਸ ਕਿਸਮ ਦਾ ਹੋਣਾ ਚਾਹੀਦਾ ਵੀ ਜੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੋਹਾਲੀ ਮੁੱਲਾਂਪੁਰ ਦਾਖਾ ਬਣ ਸਕਦਾ, ਪਰ ਇੱਕ ਜਿਹੜੀਆਂ ਬੇਸਿਕ ਜ਼ਰੂਰਤਾਂ ਹੁੰਦੀਆਂ ਇੱਕ ਕਸਬੇ ਲਈ ਔਰ ਉਹ ਵੀ ਲੁਧਿਆਣੇ ਵਰਗੇ ਸ਼ਹਿਰ ਦੇ ਨਾਲ ਜਿਹੜਾ ਜੁੜਿਆ ਹੋਵੇ, ਕਮ ਸੇ ਕਮ ਉਹ ਮੁਹੱਈਆ ਕਰਨ ਵਿੱਚ ਤਾਂ ਅਸੀਂ ਆਪਦਾ ਯੋਗਦਾਨ ਪਾਈਏ। ਇਹੀ ਸੋਚ ਨਾਲ ਜੁੜਿਆ ਹੋਇਆ ਹੈਗਾ ਜੀ, ਇਹੀ ਸੋਚ ਅੱਗੇ ਰਹੂਗੀ। ਸੰਧੂ ਸਾਹਿਬ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਹੁੰਦਿਆਂ ਤੁਹਾਡੀ ਪੂਰੀ ਤੋਤੀ ਬੋਲਦੀ ਸੀ। ਤੁਸੀਂ ਜੋ ਕਰਤਾ ਉਹੀ ਕੈਪਟਨ ਅਮਰਿੰਦਰ ਸਿੰਘ ਮੋੜਦੇ ਨਹੀਂ ਹੁੰਦੇ ਸੀ। ਅਤੇ ਹੁਣ ਚਰਨਜੀਤ ਚੰਨੀ ਹੋਰਾਂ ਦੇ ਮੁੱਖ ਮੰਤਰੀ ਹੁੰਦਿਆਂ ਉਸ ਤਰ੍ਹਾਂ ਦੀ ਤੂਤੀ ਬੋਲਦੀ ਹੈ ਕਿ ਨਹੀਂ ਬੋਲਦੀ? ਗੱਲ ਇਸ ਤਰ੍ਹਾਂ ਜੀ ਕਿ ਇਸ ਪਹਿਲੇ ਸਵਾਲ ਦਾ ਜਵਾਬ ਮੈਂ 2 ਹਿੱਸਿਆਂ 'ਚ ਦੇਵਾਂਗਾ। ਜਿੰਨਾ ਚਿਰ ਕੈਪਟਨ ਸਾਹਿਬ ਮੁੱਖ ਮੰਤਰੀ ਨਹੀਂ ਬਣੇ ਸੀ ਅਤੇ ਕਾਫੀ ਹੱਦ ਤੱਕ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਉਹ ਸੱਚੀ ਹੈ। ਜਦੋਂ ਤੱਕ ਮੁੱਖ ਮੰਤਰੀ ਨਹੀਂ ਬਣੇ ਸੀ, ਜਦੋਂ ਪਾਰਟੀ ਦੇ ਪ੍ਰਧਾਨ ਸੀ ਜੀ ਜਾਂ ਪਾਰਟੀ ਦੇ ਵਿੱਚ ਇੱਕ ਅਹਿਮ ਹਿੱਸਾ ਸੀ, ਕਿਤੇ ਚੇਅਰਮੈਨ ਕੈਂਪੇਨ ਕਮੇਟੀ ਬਣ ਕੇ, ਕਿਤੇ ਡਿਪਟੀ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਬਣ ਕੇ, ਕਾਫੀ ਹੱਦ ਤੱਕ ਮੈਂ ਇਹ ਗੱਲ ਕਹੂੰਗਾ ਕਿ ਮੇਰਾ ਅੱਛਾ ਯੋਗਦਾਨ ਹੁੰਦਾ ਸੀ ਜੀ, ਜਿਹੜਾ ਉੱਥੇ ਰਣਨੀਤੀ ਜਾਂ ਕੋਈ ਵੀ ਹੁੰਦੀ ਸੀ। ਦੇਖੋ, ਕੋਈ ਬੰਦਾ ਇਕੱਲਾ ਆਪਦੀ ਪਿੱਠ ਥਪੜਾਈ ਜਾਵੇ, ਕਹੇ ਮੈਂ ਹੀ ਸਭ ਕੁਝ ਸੀ, ਸੌਰੀ, ਮੈਂ ਇਸ ਗੱਲ 'ਚ ਬਲੀਵ ਨਹੀਂ ਕਰਦਾ। ਜਦੋਂ ਮੁੱਖ ਮੰਤਰੀ ਬਣੇ ਕੁਝ ਸਮਾਂ ਵੀ ਮਾਹੌਲ ਇਸ ਤਰ੍ਹਾਂ ਦਾ ਸੀ ਜੀ, ਪਰ ਹੌਲੀ ਹੌਲੀ ਜਿਹੜਾ ਸਾਡਾ CMO ਸੀ, ਸਾਡੇ ਉੱਥੋਂ ਦੇ ਆਫੀਸਰ ਸਾਹਿਬਾਨ ਸੀ, ਉਹਨਾਂ ਦਾ ਇਸ ਕਿਸਮ ਦਾ ਉਹਨਾਂ ਨੇ ਪਕੜ ਲੈ ਲਈ ਕਿ ਜਿਹੜੀ ਸਿਆਸੀ ਕੰਟਰੀਬਿਊਸ਼ਨ ਮੈਂ ਸੋਚਦਾ ਮੈਂ ਕਰ ਰਿਹਾ ਸੀ ਜਾਂ ਕਰ ਸਕਦਾ ਸੀ, ਉਸ ਦੇ ਵਿੱਚ ਹੌਲੀ ਹੌਲੀ ਕਮੀ ਆਉਣੀ ਸ਼ੁਰੂ ਹੋ ਗਈ ਜੀ। ਸੋ ਇਹ ਪਹਿਲੇ ਸਵਾਲ ਦਾ ਜਵਾਬ ਹੈ। ਜਿੱਥੋਂ ਕਿਉਂਕਿ ਅਫਸਰਸ਼ਾਹੀ ਲਗਾਤਾਰ ਕਾਂਗਰਸ ਦੇ MLA ਜਾਂ ਲੀਡਰ ਇਹੀ ਦੋਸ਼ ਲਾਉਂਦੇ ਸੀ ਕਿ ਅਫਸਰਸ਼ਾਹੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ। ਮੈਂ ਉਸ ਗੱਲ 'ਤੇ ਇਸ ਕਰਕੇ ਦੇਖੋ, ਉਸ ਨੂੰ 2 ਤਰੀਕੇ ਆ ਦੇਖਣ ਦੇ। ਇੱਕ ਲੋਅਰ ਰੰਗ ਆਫਿਸਰ ਸੀਗੇ ਜੀ, ਜਿਨ੍ਹਾਂ ਦੇ ਵਿੱਚ ਜਦੋਂ ਕਿਤੇ ਕੋਈ MLA ਸਾਹਿਬਾਨ ਸਿਫਾਰਿਸ਼ ਕਰਦੇ ਸੀ, ਉਹਨਾਂ ਦੀ ਸਿਫਾਰਿਸ਼ ਮੰਨੀ ਜਾਂਦੀ ਸੀ। ਬਟ ਐਟ ਅ ਡਿਸਟ੍ਰਿਕਟ ਲੈਵਲ, ਐਟ ਅ ਸਟੇਟ ਲੈਵਲ, ਸਾਰੀ ਦੀ ਸਾਰੀ ਜਿਹੜੀ ਅਪੁਆਇੰਟਮੈਂਟਸ ਹੁੰਦੀਆਂ ਸੀ ਐਟ ਡਿਫਰੈਂਟ ਡਿਪਾਰਟਮੈਂਟਸ, ਉਹ ਐਕਸਕਲੂਸਿਵਲੀ CMO ਕਰਦਾ ਸੀ ਜੀ। ਔਰ ਉਹ
ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਉਹ ਆਫੀਸਰ ਸੀਗੇ ਦੇ ਹੈਡ ਰਿਅਲਾਈਜ਼ਡ, ਉਹਨਾਂ ਨੂੰ ਸਮਝ ਆ ਗਈ ਸੀ ਕਿ ਭਰਾਵੋ ਜੇ ਆਪਦੀ ਤੁਸੀਂ ਇੱਥੇ ਟਿਕੇ ਰਹਿਣਾ ਜਾਂ ਆਪਦੀ ਬਦਲੀ ਇੱਥੋਂ ਜਾਂ ਅੱਛੇ ਤੱਕ ਕਰਾਉਣੀ ਹੈ, ਖੱਬੇ ਸੱਜੇ ਜਾਣ ਦੀ ਲੋੜ ਨਹੀਂ। ਆ ਸੀਨੀਅਰ ਆਫੀਸਰ ਸਾਹਿਬਾਨ ਹੈਗੇ ਆ CMO ਦੇ ਵਿੱਚ, ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਦੀ ਟਰਾਂਸਫਰਸ ਲੈ ਸਕਦੇ ਹੋ ਜਾਂ ਜਾ ਸਕਦੇ ਹੋ। ਸੋ ਬਿਊਰੋਕ੍ਰੇਸੀ ਉਸੇ ਤਰੀਕੇ ਨਾਲ ਰਿਲੇਟ ਕਰਨ ਲੱਗ ਪੈਂਦੀ ਹੈਗੀ ਆ ਸਿਸਟਮ ਨੂੰ। ਜਦੋਂ ਚਰਨਜੀਤ ਸਿੰਘ ਚੰਨੀ ਆਏ ਜੀ, ਪਹਿਲਾ ਮਹੀਨਾ ਜਾਂ 1.5 ਮਹੀਨਾ ਕੁਛ ਤਾਲਮੇਲ ਨਹੀਂ ਹੋ ਸਕਿਆ, ਜੀ, ਖੇਮੇ ਹੋਰ ਸੀ ਹਾਂ, ਉਹ ਲੋਕ ਕਹਿੰਦੇ ਵੀ ਸੀ ਵੀ ਤਾਂ ਕੈਪਟਨ ਦੀ ਔਰ ਨੇੜੇ ਲੈ। ਬਿਲਕੁਲ, ਔਰ ਸੱਚਾਈ ਵੀ ਸੀ। ਜੀ, ਪਰ ਮੈਂ ਹਮੇਸ਼ਾ ਮੌਜੂਦਾ ਮੁੱਖ ਮੰਤਰੀ ਦੀ ਵੀ ਬਤੌਰ ਮੰਤਰੀ ਹੁੰਦਿਆਂ ਵੀ ਜੋ ਇੱਕ ਮੈਂ ਹਰ ਇੱਕ ਦੀ ਕੋਸ਼ਿਸ਼ ਕੀਤੀ, ਹਰ ਇੱਕ ਨੂੰ ਮਾਨ ਸਨਮਾਨ ਸਤਿਕਾਰ ਦੇਣ ਦੀ। ਸੋ ਪਰ ਮਹੀਨੇ 1.5 ਮਹੀਨੇ ਬਾਅਦ ਜਦੋਂ ਇੱਕ ਦੋ ਵਾਰੀ ਇਹਨਾਂ ਨਾਲ ਮੁਲਾਕਾਤ ਦਾ ਸਮਾਂ ਮਿਲਿਆ, ਤੇ ਹੁਣ ਇਹ ਹਾਲਾਤ ਹੈ ਕਿ ਜਿੱਦਣ ਮੇਰੀ ਇੱਥੇ ਰੈਲੀ ਹੋਈ ਔਰ CM ਸਾਹਿਬ ਉਹਨੂੰ ਐਡਰੈਸ ਕਰਕੇ ਗਏ, ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਬੜੀ ਅੱਛੀ, ਬੜੀ ਦਾਖੇ ਹਲਕੇ ਦੀ ਇੱਕ ਬੜੀ ਪ੍ਰਭਾਵਸ਼ਾਲੀ ਇੱਥੇ ਰੈਲੀ ਹੋਈ। ਯਕੀਨ ਜਾਣੋ ਮੁੱਖ ਮੰਤਰੀ ਸਾਹਿਬ ਉਹ ਗੱਲਾਂ ਕਹਿ ਕੇ ਗਏ ਜਿਹੜੀਆਂ ਮੈਂ ਸਮਝਦਾ ਸੀ ਸਿਵਾਏ ਮੇਰੇ ਤੋਂ ਜਾਂ ਮੇਰੇ ਨਜ਼ਦੀਕੀ ਪਰਿਵਾਰ ਤੋਂ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ। ਜੀ, ਜੋ ਮੇਰਾ ਪਾਰਟੀ ਪ੍ਰਤੀ ਯੋਗਦਾਨ ਸੀ, ਜੋ ਉਹ ਗੱਲਾਂ ਕਹਿ ਗਏ, ਮੈਂ ਸਾਲ ਪਰ ਸਾਲ ਉਡੀਕਦਾ ਰਿਹਾ ਸੀ ਕਿਸੇ ਹੋਰ ਦੇ ਮੂੰਹ ਤੋਂ ਸੁਣ ਤੋਂ, ਜਿੱਥੇ ਕਿ ਇੱਕ ਵੈਲ ਡਨ ਜਾਂ ਵੈਰੀ ਗੁੱਡ ਦਾ ਤਾਂ ਜ਼ਰੂਰ ਥਾਪੜਾ ਮਿਲ ਜਾਂਦਾ ਸੀ, ਪਰ ਜਿਸ ਤਰੀਕੇ ਨਾਲ ਐਕਨੋਲਜਮੈਂਟ ਉਸ ਦਿਨ ਉਸ ਰੈਲੀ 'ਚ ਹੋਈ, ਮੈਂ ਉਸ ਗੱਲ ਲਈ ਹਮੇਸ਼ਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਰਿਣੀ ਰਹੂੰਗਾ। ਸੰਧੂ ਸਾਹਿਬ, ਤੁਹਾਡਾ ਮੁਕਾਬਲਾ ਇੱਥੇ ਕਿਹਦੇ ਨਾਲ ਹੈ? ਦਾਖਾ ਹਲਕੇ ਦੇ ਵਿੱਚ ਕਿਹਨੂੰ ਵਿਰੋਧੀ ਤੁਸੀਂ ਮੰਨਦੇ ਹੋ? ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਜਾਂ ਕਿਸੇ BJP ਦੇ ਆਗੂ ਨਾਲ? ਨਿਰਮਲ ਜੀ, ਗੱਲ ਇਸ ਤਰ੍ਹਾਂ ਹੈਗੀ ਆ, ਮੈਂ ਤਾਂ ਇੱਥੇ ਹਾਰਿਆ ਹੋਇਆ ਉਮੀਦਵਾਰ ਹੈ ਜੀ, ਇਹ ਐਕਚੁਅਲ ਸਵਾਲ ਤਾਂ ਮੌਜੂਦਾ MLA ਨੂੰ ਹੁੰਦਾ ਹੈ। ਜੀ, ਪਰ ਮੈਂ ਮਹਿਸੂਸ ਕਰਦਾ ਕਿ ਇਹ ਸਿਆਸੀ ਜਿਹੜਾ ਇਹ ਦੰਗਲ ਜਿਹਨੂੰ ਤੁਸੀਂ ਕਈ ਵਾਰ ਸ਼ਬਦ ਵਰਤ ਲੈਂਦੇ ਹੋ, ਔਰ ਮੈਂ ਤਾਂ ਸਿਰਫ ਸੋਚਦਾ ਕਿ ਇਲੈਕਸ਼ਨ ਹੈਗੀ ਹੈ ਜੀ, ਇਸ ਦੇ ਵਿੱਚ ਜਿਹੜੀ ਮੁਕਾਬਲੇ ਵਾਲੀ ਸੋਚ ਜਾਂ ਸ਼ਕਤੀ ਹੈ ਇਹ ਤੁਹਾਡੇ ਹੱਥ ਹੀ ਹੈ ਨਹੀਂ। ਇਹ ਫੈਸਲਾ ਤਾਂ ਜਨਤਾ ਜਨਾਰਦਨ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਕਿਹਨੂੰ ਅੱਛਾ ਸਮਝਦੇ ਆ। ਮੈਂ ਸੋਚਦਾ ਕਿ ਜਿਹੜੇ ਵੀ ਉਮੀਦਵਾਰ ਔਰ ਜਿਹੜੀ ਵੀ ਪਾਰਟੀ ਨੇ ਇਸ ਇਲੈਕਸ਼ਨ ਵਿੱਚ ਉਤਾਰੇ ਹੋਏ ਹੈ, ਸਾਰੇ ਸੰਜੀਦਾ ਔਰ ਸੀਰੀਅਸ ਉਮੀਦਵਾਰ ਹੈਗੇ ਆ ਜੀ, ਸਾਰਿਆਂ ਦਾ ਕੋਲੇ ਟਾਈਮ ਹੈਗਾ ਅਗਲੇ 25-30 ਦਿਨਾਂ ਦੇ ਵਿੱਚ ਆਪਦੀ ਗੱਲਬਾਤ ਲੈ ਕੇ ਲੋਕਾਂ ਤੱਕ ਜਾਣ ਦਾ। ਪਰ ਅਖੀਰ ਦੇ ਵਿੱਚ ਲੋਕ ਹੀ ਤੈਅ ਕਰਨਗੇ ਕਿ ਕੌਣ ਉਮੀਦਵਾਰ ਸਭ ਤੋਂ ਯੋਗ ਉਮੀਦਵਾਰ ਹੈਗਾ, ਔਰ ਅਖੀਰ ਵਿੱਚ ਉਸ ਦੇ ਵਿੱਚ ਹੀ ਆਪਦਾ ਵਿਸ਼ਵਾਸ ਦਿਖਾਉਣਗੇ। ਸੰਧੂ ਸਾਹਿਬ, ਕਈ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਸੀ, ਬਾਅਦ 'ਚ ਇੱਧਰ ਨੂੰ ਜੋ ਵੀ ਪਾਰਟੀ ਲੈਵਲ 'ਤੇ ਰੱਦੋ ਬਦਲ ਹੋਇਆ, ਨਵਜੋਤ ਸਿੰਘ ਸਿੱਧੂ ਦਾ ਰਵੱਈਆ, ਕਿਉਂਕਿ ਤੁਹਾਡੇ ਵੱਲ ਤੁਹਾਨੂੰ ਟਿਕਟ ਤੁਹਾਡੇ ਖਿਲਾਫਤ ਕਈ ਚੀਜ਼ਾਂ ਤੁਹਾਡੀ ਪਾਰਟੀ ਦੇ ਇੰਟਰਨਲੀ ਚੱਲਦੀਆਂ ਸੀ, ਅਤੇ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਰਹੇ ਤੁਹਾਡੇ ਲਈ? ਦੇਖੋ, ਪਾਰਟੀ ਦੇ ਪ੍ਰਧਾਨ ਹੈ, ਸੋ ਸਤਿਕਾਰ ਹੈ ਜੀ, ਪਹਿਲਾਂ ਮੰਤਰੀ ਸੀ। ਉਸ ਤੋਂ ਪਹਿਲਾਂ 2017 ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਮੈਂ ਦਫ਼ਤਰ ਦੇ ਵਿੱਚ ਇੰਚਾਰਜ ਸੀ, ਜਿਹੜੀ ਕੈਂਪੇਨ ਦਾ ਸਾਰਾ ਹਿੱਸਾ ਸੀ, ਸਾਰੀ ਜ਼ਿੰਮੇਵਾਰੀ ਸੀ, ਉਹਦੇ ਵਿੱਚ ਮੇਰਾ ਰੋਲ ਸੀ। ਸੋ ਮੇਰਾ ਇੱਕ ਬੜਾ ਅੱਛਾ ਰਾਬਤਾ ਕਾਇਮ ਹੋਇਆ ਸੀ ਜੀ। ਲੇਕਿਨ ਜਦੋਂ ਮੰਤਰੀ ਬਣੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਿਸਅੰਡਰਸਟੈਂਡਿੰਗ ਸ਼ੁਰੂ ਹੋਈਆਂ ਉਦੋਂ ਦੇ ਮੁੱਖ ਮੰਤਰੀ ਸਾਹਿਬ ਨਾਲ, ਉਹ ਦੂਰੀਆਂ ਵਧੀਆਂ। ਇੱਕ ਵਾਰੀ ਮੇਰਾ ਯੋਗਦਾਨ ਉਸ ਨੂੰ ਨੇੜੇ ਲੈ ਕੇ ਆਉਣ ਵਿੱਚ ਵੀ ਆਇਆ। ਜੀ, ਦੋਵਾਂ ਨੂੰ ਮੇਰਾ ਰੋਲ ਇਹ ਸੀਗਾ ਜੀ, ਮੇਰਾ ਕੰਮ ਹੀ ਇਹ ਸੀਗਾ ਜੀ। ਜੀ, ਉਸ ਤੋਂ ਬਾਅਦ ਉਹ ਦੂਰੀਆਂ ਵੱਧਦੀਆਂ ਗਈਆਂ, ਹੋਰ ਸਿਸਟਮ ਬਦਲਦਾ ਗਿਆ। ਨਵਜੋਤ ਸਿੱਧੂ ਜੀ ਪਾਰਟੀ ਦੇ ਪ੍ਰਧਾਨ ਬਣੇ। ਜਿਵੇਂ ਮੈਂ ਦੱਸਿਆ, ਜਿਹੜੀ ਉਹ ਕੁਰਸੀ ਹੈ ਉਸ ਨੂੰ ਸਤਿਕਾਰ ਦੇਣਾ ਹਰ ਕਾਂਗਰਸ ਵਰਕਰ ਦਾ ਇਹ ਫਰਜ਼ ਹੈ, ਔਰ ਉਹ ਕੁਰਸੀ ਨੂੰ ਸਤਿਕਾਰ ਦੇਣਾ, ਉਸ ਇਨਸਾਨ ਨੂੰ ਸਤਿਕਾਰ ਦੇਣਾ ਵੀ ਮੇਰਾ ਡਿਊਟੀ ਔਰ ਮੇਰਾ ਫਰਜ਼ ਹੈ। ਲੇਕਿਨ ਜਿਸ ਕਿਸਮ ਦਾ ਰਿਸ਼ਤਾ ਸ਼ੁਰੂ ਹੋਇਆ ਸੀ, ਉਸ ਕਿਸਮ ਦਾ ਰਿਸ਼ਤਾ ਅੱਗੇ ਨਹੀਂ ਰਿਹਾ ਜੀ। ਪਰ ਮੇਰੀ ਆਪਦੀ ਸੋਚ ਹੈ ਕਿ ਜਦੋਂ ਵੀ ਕਿਤੇ ਮੇਰਾ ਨਾਂ ਦਾ ਜ਼ਿਕਰ ਹੋਇਆ ਹੋਊਗਾ ਤਾਂ ਮੈਂ ਮੰਨਦਾ ਹਾਂ ਕਿ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਹੈ ਸਰਦਾਰ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਮੇਰੇ ਨਾਮ ਪ੍ਰਤੀ ਕੋਈ ਇਹੋ ਜਿਹੀ ਗੱਲ ਨਹੀਂ ਕਹੀ ਹੋਣੀ। ਜਦੋਂ ਕਿਤੇ ਮਿਲਿਆ, ਬੜੇ ਸਤਿਕਾਰ ਨਾਲ ਜੀ ਅਦਬ ਨਾਲ
ਫਤਿਹ ਉਹਨਾਂ ਨੂੰ ਬੁਲਾਈ, ਉਹਨਾਂ ਨੇ ਜਿਹੜਾ ਜਵਾਬ ਸੀ ਵੀ ਉਸ ਤਰੀਕੇ ਨਾਲ ਦਿੱਤਾ। ਜਦੋਂ ਆ ਰੱਦੋ ਬਦਲ ਹੋਇਆ, ਮੈਨੂੰ ਬਥੇਰਿਆਂ ਨੇ ਇਹ ਗੱਲ ਆਖੀ ਵੀ ਤੂੰ ਕਿਹੜੇ ਪਾਸੇ ਚੱਲਿਆ, ਤੂੰ ਚੱਲਿਆ ਉਹ ਛੱਪੜ 'ਚ ਜਿੱਥੇ ਤੈਨੂੰ ਇਹੋ ਜਿਹੇ ਬੈਠੇ ਹੈਗਾ ਸਿਸਟਮ, ਵੀ ਤੂੰ ਬੜਾ ਔਖਾ ਹੋ ਜੂ, ਬੜਾ ਚੈਲੰਜਿੰਗ ਹੋ ਜੂ ਤੁਹਾਡੇ ਲਈ। ਪਰ ਗੱਲ ਉੱਥੇ ਆ ਜਾਂਦੀ ਹੈ ਕਿ ਸੋਚ ਇਹ ਸੀਗੀ ਕਿ ਜਿਸ ਪਾਰਟੀ ਦੇ ਵਿੱਚ 3 ਪੁਸ਼ਤਾਂ ਰਹਿ ਗਈਆਂ, ਮੈਂ ਉਸ ਪਾਰਟੀ ਨੂੰ ਕਿਸ ਤਰ੍ਹਾਂ ਅਲਵਿਦਾ ਕਵਾਂ ਜੀ। ਸੋ ਇੱਕ ਸੰਘਰਸ਼ਪੂਰਨ ਸਮਾਂ 1.5 ਮਹੀਨਾ ਰਿਹਾ। ਪਰ ਦੇਖੋ ਅੱਜ ਧੰਨਵਾਦ ਹੈ ਸਾਰਿਆਂ ਦਾ, ਸੁਨੀਲ ਜਾਖੜ ਜੀ ਦਾ, ਜਿਹੜੇ ਸਾਡੇ ਚੇਅਰਮੈਨ ਕੈਂਪੇਨ ਕਮੇਟੀ ਹੈ, ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ, ਔਰ ਸਾਡੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਇਹਨਾਂ ਸਾਰਿਆਂ ਦਾ। ਔਰ ਆਫਕੋਰਸ ਜਿਹੜੀ ਸਾਡੀ AICC ਦੀ ਜਿਹੜੀ ਸਾਡੀ ਕਮੇਟੀ ਹੈਗੀ ਹੈ, ਜਿਹਦੇ ਪ੍ਰਭਾਰੀ ਸੁਨੀਲ ਆਪਣੇ ਹਰੀਸ਼ ਚੌਧਰੀ ਜੀ ਹੈ, ਜਾਂ ਮੈਂਬਰ ਕ੍ਰਿਸ਼ਨਾ ਜੀ ਹੈ, ਜਾਂ ਚੇਅਰਮੈਨ ਅਜੇ ਮਾਖਨ ਜੀ ਔਰ ਰਾਹੁਲ ਜੀ, ਐਂਡ ਫਾਈਨਲੀ ਮਿਸਿਸ ਗਾਂਧੀ ਹੈਗੇ, ਸਾਰਿਆਂ ਨੇ ਇੰਨੀਆਂ ਜਿਹੜੀਆਂ ਗੱਲਾਂ ਤੁਸੀਂ ਆਪਾਂ ਕੀਤੀਆਂ, ਇਸ ਦੇ ਬਾਵਜੂਦ ਇੱਕ ਵਾਰੀ ਫਿਰ ਭਰੋਸਾ ਉਹਨਾਂ ਨੇ ਮੇਰੇ 'ਚ ਦਿਖਾਇਆ ਔਰ ਮੈਨੂੰ ਜਿਹੜੀ ਦਾਖੇ ਹਲਕੇ ਤੋਂ ਨੋਮੀਨੇਟ ਕੀਤਾ। ਸੋ ਇਹ ਜਿਹੜਾ ਤੁਹਾਡਾ ਸਵਾਲ ਹੈ, ਕਿਤੇ ਨਾ ਕਿਤੇ ਜਦੋਂ ਜਵਾਬ ਦਿੰਨਾ, ਜਿਹੜਾ ਆਖਰੀ ਜਿਹੜਾ ਜਵਾਬ ਦਾ ਹਿੱਸਾ ਹੈ, ਉਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਜੀ। ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਸਾਥੀ ਰਹੇ ਨੇ, ਬੜੀ ਚਰਚਾ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਉਣਾ ਸੀ ਕਿ ਜੀ ਕੈਪਟਨ ਸੰਦੀਪ ਸੰਧੂ ਨੇ ਪ੍ਰਗਟ ਸਿੰਘ ਨੂੰ ਫੋਨ ਕੀਤਾ ਹੈ, ਧਮਕੀ ਦਿੱਤੀ ਹੈ, ਬੜੀ ਚਰਚਾ ਚੱਲੀ ਸੰਧੂ ਸਾਹਿਬ। ਇਹਦੇ ਪਿੱਛੇ ਦਾ ਕੀ ਸੱਚ ਹੈ ਜੀ? ਮਤਲਬ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਤੁਸੀਂ ਇੱਕ ਡਿਊਟੀ ਨਿਭਾਉਂਦੇ ਹੋ ਨਾ ਜੀ, ਉਹਦੇ ਵਿੱਚ ਤੁਸੀਂ ਬਹੁਤ ਆਪਦਾ ਤੁਹਾਡਾ ਤੁਹਾਨੂੰ ਜਿੱਥੇ ਵੀ ਤੁਸੀਂ ਡਿਊਟੀ ਕਰ ਰਹੇ ਹੁੰਦੇ ਹੋ, ਤੁਹਾਨੂੰ ਉਸ ਗੱਲਾਂ ਜਿਹੜੀਆਂ ਤੁਹਾਨੂੰ ਬੋਲੀਆਂ ਜਾਂਦੀਆਂ ਉਹਨਾਂ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਪੈਂਦਾ ਜੀ। ਪਰ ਇਹ ਸਵਾਲ ਕੁਛ ਇਹੋ ਜਿਹਾ ਹੈ ਕਿ ਜੇ ਇਹ ਮੇਰੇ ਅੰਦਰ ਹੀ ਦਫਨ ਰਹਿ ਜੇ ਇਹੋ ਜਿਹੇ ਸਵਾਲਾਂ ਦੇ ਜਵਾਬ ਜੀ, ਉਹ ਸਭ ਲਈ ਬਿਹਤਰ ਹੋਣਗੇ ਜੀ, ਕਿਉਂਕਿ ਮੇਰੇ ਕੋਲੇ ਇਸ ਗੱਲ ਦਾ ਬੜਾ ਸਪਸ਼ਟ ਜਵਾਬ ਹੈਗਾ ਜੀ। ਪਰ ਜੇ ਅੱਜ ਮੈਂ ਦਿੰਨਾ, ਮੈਂ ਕਿਤੇ ਨਾ ਕਿਤੇ ਜਿਹੜਾ ਉਹ ਟਰਸਟ ਜਾਂ ਜਿਹੜਾ ਉਹ ਰਿਸਪੌਂਸਿਬਿਲਟੀ ਉਦੋਂ ਮੈਨੂੰ ਦਿੱਤੀ ਗਈ ਹੈ, ਉਦੋਂ ਜਾਂ ਉਸ ਰੋਲ 'ਚ ਮੈਂ ਕੰਮ ਕਰਦਾ ਸੀ, ਕਿਤੇ ਨਾ ਕਿਤੇ ਮੈਂ ਉਸ ਨਾਲ ਧੋਖਾ ਕਰ ਰਿਹਾ ਹੋਊਗਾ। ਪਰ ਹਾਂ, ਜਵਾਬ ਬਹੁਤ ਸਪਸ਼ਟ ਤੇ ਸਹੀ ਤੇ ਸੱਚਾ ਹੈਗਾ। ਨਾਲ ਪਰ ਇਹ ਵੀ ਕਹਿਣਾ ਚਾਹੁੰਦਾ ਕਿ ਸਰਦਾਰ ਪ੍ਰਗਟ ਸਿੰਘ ਸਾਡੇ ਹਾਕੀ ਦੇ ਕੈਪਟਨ ਰਹੇ ਹੈਗੇ ਆ, ਸਾਡੇ ਰੋਲ ਮਾਡਲ ਰਹੇ ਹੈਗੇ ਆ। ਹੁਣ ਸਾਡੀ ਪਾਰਟੀ ਦੇ ਵਿੱਚ MLA, ਫਿਰ ਹੁਣ ਮੰਤਰੀ, ਔਰ ਉਹ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਜਿੱਥੇ ਮੈਂ ਪਹਿਲਾਂ ਸੀ ਉਹ ਵਾਲੀ ਉਹਨਾਂ ਨੇ ਕੁਰਸੀ ਸੰਭਾਲੀ ਹੈ। ਮੇਰੇ ਉਹਨਾਂ ਨਾਲ ਰਿਸ਼ਤਾ ਬੜਾ ਸੁਖਾਵਾਂ ਹੈਗਾ। ਮੰਤਰੀ ਬਣਨ ਤੋਂ ਬਾਅਦ ਤੁਹਾਡੇ ਪਹਿਲਾ ਮੰਤਰੀ ਜਿਹਨੇ ਫੇਰੀ ਲਾਈ ਰੀਸ਼ਫਲ ਤੋਂ ਬਾਅਦ, ਜੀ, ਰੀਸ਼ਫਲ ਹੋਣ ਤੋਂ ਬਾਅਦ, ਤਾਂ ਸਰਦਾਰ ਪ੍ਰਗਟ ਸਿੰਘ ਨੇ ਲਾਈ। ਹਾਂ, ਤੁਹਾਡੇ ਹਲਕੇ 'ਚ ਉਹਨਾਂ ਨੇ ਆ ਕੇ ਰੈਲੀ ਨੂੰ ਸੰਬੋਧਨ ਕੀਤਾ। ਇਹ ਬੜੀ ਲੋਕ ਬੜਾ ਇਸ ਨੂੰ ਚੰਬੇ 'ਚ ਦੇਖਦੇ ਸੀ ਵੀ ਇੱਕ ਪਾਸੇ ਤਾਂ ਐਨ ਜਮਾਂ ਸਿਰੇ ਦੀ ਖੜਕੀ, ਫਿਰ ਜਦੋਂ ਰੱਦੋ ਬਦਲ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਕੁਰਸੀਓਂ, ਤੇ ਸਭ ਤੋਂ ਨਜ਼ਦੀਕੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ 'ਚ ਉਹ ਤੁਹਾਨੂੰ ਸਮਝਿਆ ਜਾਂਦਾ ਹੈ, ਤੇ ਉੱਥੇ ਆਉਂਦੇ ਨੇ ਰੈਲੀ ਨੂੰ ਸੰਬੋਧਨ ਕਰਦੇ। ਇਹਦਾ ਮਤਲਬ ਸਿਆਸਤ ਦੇ ਵਿੱਚ ਸਭ ਕੁਝ ਜਾਇਜ਼ ਹੈ? ਨਹੀਂ, ਸਭ ਉਹੀ ਮੈਂ ਕਹਿੰਦਾ ਕਿ ਸਿਆਸਤ ਦੇ ਵਿੱਚ ਜਦੋਂ ਕਈ ਵਾਰ ਤੁਸੀਂ, ਜੇ ਮੈਂ ਉਸ ਚੀਜ਼ ਤੋਂ ਅੱਜ ਲਾਂਭੇ ਬੈਠਾ ਹੁੰਦਾ, ਅੱਜ ਮੈਂ ਕਿਤੇ ਬਾਹਰ ਬੈਠਾ ਹੁੰਦਾ, ਸਿਆਸਤ ਦੇ ਵਿੱਚ ਅੱਜ ਜਿਹੜੀ ਕੁਰਸੀ 'ਤੇ ਜਾਂ ਜਿਹੜੀ ਜਗ੍ਹਾ 'ਤੇ ਹੁਣ ਸਥਾਨ 'ਤੇ ਬੈਠਾ, ਬੜਾ ਸੌਖਾ ਜਿਹਾ ਅਤੇ ਸਿੱਧਾ ਜਿਹਾ ਜਵਾਬ ਦਿੰਦਾ ਕਿ ਸਾਹਿਬ ਆਹ ਗੱਲ ਇਸ ਤਰ੍ਹਾਂ ਹੋਈ ਸੀ, ਇਹਦਾ ਜਵਾਬ ਆਹ ਹੋਇਆ ਸੀ, ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਦਾ। ਪਰ ਜਿਵੇਂ ਮੈਂ ਆਖਿਆ ਕਿ ਤੁਹਾਡੀ ਜਦੋਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਛੋਟਾ ਜਿਹਾ ਉਦਾਹਰਨ ਦਿੰਦਾ। ਡਾਕਟਰ ਮਨਮੋਹਨ ਸਿੰਘ ਦੇ ਇੱਕ ਮੀਡੀਆ ਐਡਵਾਈਜ਼ਰ ਰਹੇ ਸੀ, ਆਈ ਥਿੰਕ ਹੀ ਰੋਟ ਅ ਬੁੱਕ ਔਨ ਡਾਕਟਰ ਮਨਮੋਹਨ ਸਿੰਘ, ਉਹਦਾ ਮੇਰੇ ਖਿਆਲ 'ਚ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜਾਂ ਕੋਈ ਇਸ ਕਿਸਮ ਦਾ ਉਹਦਾ ਟਾਈਟਲ ਸੀ। ਉਹਦੇ ਵਿੱਚ ਬੜੀਆਂ ਉਹਨਾਂ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਗੱਲਾਂ ਮੈਂ ਮਹਿਸੂਸ ਕਰਦਾ ਜਦੋਂ ਤੁਸੀਂ ਇੱਕ ਪਰਿਵਾਰ ਦਾ ਹਿੱਸਾ ਬਣ ਜਾਂਦੇ ਹੋ ਔਰ ਉਸ ਵਿੱਚ ਤੁਹਾਡੇ ਵਿੱਚ ਇੱਕ ਬਲਾਈਂਡ ਟਰਸਟ ਆ ਜਾਂਦਾ ਹੈਗਾ, ਤੁਸੀਂ ਉਸ ਟਰਸਟ ਨੂੰ ਫਿਰ ਜਦੋਂ ਤੁਸੀਂ ਤੋੜਦੇ ਹੋ ਤਾਂ ਮੈਨੂੰ ਲੱਗਿਆ ਕਿ ਉਹ ਉਸ ਗੱਲ ਦੀ ਨਿਸ਼ਾਨੀ ਸੀ। ਮੈਂ ਉਹੋ ਜਿਹਾ ਹਿੱਸਾ ਨਹੀਂ ਬਣਨਾ ਚਾਹੁੰਦਾ। ਮੈਨੂੰ ਕੱਲ੍ਹ ਪਰਸੋਂ ਜਿਹੜੇ ਇੱਥੇ ਫਾਰਮਰ ਚੀਫ ਮਿਨਿਸਟਰ ਦੇ OSD ਰਹੇ ਹੈਗੇ ਦਮਨ ਮੋਹੀ, ਉਹ ਇੱਥੋਂ ਇਲੈਕਸ਼ਨ ਲੜ ਰਹੇ ਆ। ਬੜੀ ਮੈਂ ਤਾਂ ਬੈਸਟ ਵਿਸ਼ੇਜ਼ ਤੁਹਾਡੇ ਜ਼ਰੀਏ ਵੀ ਉਹਨਾਂ ਨੂੰ ਹੁਣ ਵੀ ਦੇ ਰਿਹਾ ਹੈਗਾ, ਔਰ ਅਦਰਵਾਈਜ਼ ਵੀ ਮੈਨੂੰ ਇੱਕ ਦੋ ਚੈਨਲਸ ਨੇ ਪੁੱਛਿਆ, ਉਹਨਾਂ ਨੇ ਆਪਦੇ ਇੱਕ ਇੰਟਰਵਿਊ 'ਚ ਆਖਿਆ, ਕਹਿੰਦਾ ਯਾਰ ਇਹ ਕੈਪਟਨ ਦਾ ਨਹੀਂ ਬਣਿਆ,
ਇਹ ਦਾਖੇ ਵਾਲਿਆਂ ਦਾ ਕੀ ਬਣੂਗਾ? ਜਵਾਬ ਮੈਂ ਬੜਾ ਹੋਰ ਵੀ ਦੇ ਸਕਦਾ, ਪਰ ਮੈਂ ਜਵਾਬ ਬੜਾ ਛੋਟਾ ਜਿਹਾ ਦੇਵਾਂਗਾ। ਮੈਂ ਮਾਂ ਦਾ ਬਣਿਆ। ਜੇ ਮੈਂ ਮਾਂ ਦਾ ਬਣ ਕੇ ਗਲਤੀ ਕੀਤੀ ਹੈ, ਕਿਉਂਕਿ ਪਾਰਟੀ ਨੂੰ ਆਪਾਂ ਮਾਂ ਕਹਿੰਦੇ ਹਾਂ ਜੀ, ਜਾਂ ਮੈਂ ਇਹ ਗਲਤੀ ਕਰ ਲਈ ਕਿ ਮੈਂ ਉਸ ਪਾਰਟੀ ਨਾਲ ਜਾਣਾ ਠੀਕ ਨਹੀਂ ਸਮਝਿਆ ਜਿਸ ਪਾਰਟੀ ਦਾ ਗੱਠਜੋੜ ਉਸ ਪਾਰਟੀ ਨਾਲ ਹੈ, ਯਾਨੀ ਕਿ ਭਾਰਤੀ ਜਨਤਾ ਪਾਰਟੀ ਨਾਲ ਹੈ, ਜਿਹਨੇ ਹਜੇ ਪੰਜਾਬ ਦੀ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਣਾ 750 ਸ਼ਹਾਦਤਾਂ ਦਾ, ਅਤੇ 1.5 ਸਾਲ ਜਿਹੜੇ ਪੰਜਾਬੀ ਤੇ ਪੰਜਾਬੀਅਤ ਨੂੰ ਰੋਲਿਆ ਸੜਕਾਂ 'ਤੇ, ਟੋਲ ਪਲਾਜ਼ਿਆਂ 'ਤੇ ਦਿੱਲੀ ਦੇ ਬਾਰਡਰਾਂ 'ਤੇ। ਜੇ ਉਹ ਫੈਸਲਾ ਮੈਂ ਲੈਣ 'ਚ ਗਲਤੀ ਕੀਤੀ ਹੈ ਤਾਂ ਸਾਹਿਬ ਮੈਂ ਗਲਤੀ ਕੀਤੀ ਹੈ, ਮੈਨੂੰ ਇਸ ਕਹਿਣ 'ਚ ਕੋਈ ਨਹੀਂ। ਅਗਲਾ ਗੱਲ ਮੈਂ ਕਹਿਣੀ ਚਾਹੁੰਦਾ, ਮੇਰੇ ਸਾਹਮਣੇ ਕਿਸੇ ਨੇ ਵੀ ਅੱਗੇ ਸਵਾਲ ਕੀਤਾ, ਜੇ ਤੁਹਾਡੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਆ ਜਾਂਦਾ ਕੀ ਕਰੋਗੇ? ਜੀ, ਜੋ ਬਣਦਾ ਮਾਨ ਸਤਿਕਾਰ ਉਹ ਦੇਵਾਂਗਾ। ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਚਰਚਾ ਨਾ ਛੇੜੋ, ਮੈਨੂੰ ਆਏ ਨਾ ਛੇੜੋ, ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਆਖਿਆ ਮੇਰੇ ਇੱਥੇ ਬਹੁਤ ਕੁਝ ਦਫਨ ਹੈ, ਇਹਨੂੰ ਦਫਨ ਰਹਿਣ ਦਿਓ ਜੀ, ਕਿਉਂਕਿ ਜੇ ਮੈਂ ਸ਼ੁਰੂ ਕਰਤਾ ਫਿਰ ਐਵੇਂ ਕਹਿੰਦੇ ਵੀ ਭਜਦੇ ਨੂੰ ਆਣ ਬਰਾਬਰ ਹੈ, ਫਿਰ ਹੋਰ ਪਾਸੇ ਨੂੰ ਗੱਲ ਜਾਊਗੀ। ਕਿਉਂਕਿ ਸਾਰਾ ਮਸਾਲਾ ਤੁਹਾਡੇ ਕੋਲ ਬਹੁਤ ਕੁਝ ਪਿਆ, ਤੁਸੀਂ ਤਾਂ ਬੜਾ ਨੇੜੇ। ਉਹੀ ਗੱਲ ਹੈ ਸਾਹਿਬ, ਇਸੇ ਕਰਕੇ ਗੁਰੇਜ਼ ਕਰਦਾ, ਇਸੇ ਕਰਕੇ ਗੱਲ ਕਰਦਾ ਕਿ ਯਾਰ ਇਹ ਗੱਲਾਂ ਤੁਹਾਨੂੰ ਬਤੌਰ ਤੁਸੀਂ ਕਲੀਗ ਰਹੇ ਹੈਗੇ ਹੋ, ਤੁਸੀਂ ਸੋਚੋ ਤੁਸੀਂ ਕੀ ਗੱਲ ਕਹਿ ਰਹੇ ਹੋ। ਤੁਸੀਂ ਇੱਕ ਫੈਸਲਾ ਲਿੱਤਾ, ਮੈਂ ਉਸ ਫੈਸਲੇ ਬਾਰੇ ਕੁਝ ਵੀ ਨਹੀਂ ਬੋਲਿਆ। ਮੈਂ ਫੈਸਲਾ ਲਿੱਤਾ, ਤੁਸੀਂ ਕਾਹਨੂੰ ਇਸ 'ਤੇ ਇਹੋ ਜਿਹੇ ਸਿਆਸੀ ਉਹ ਕੀ ਕਹਿੰਦੇ ਹੁੰਦੇ ਕੰਜ਼ ਕੱਸਦੇ ਹੈਗੀਆਂ। ਤੁਸੀਂ ਆਪਦੀ ਗੱਲ, ਤੁਸੀਂ ਲੁੱਕ ਹੇਅਰ, ਤੁਸੀਂ ਦਾਖੇ ਨੂੰ ਰਿਪਰੈਜ਼ੈਂਟ ਕਰਨਾ ਹੈ ਜਾਂ ਦਾਖੇ ਦੇ ਉਮੀਦਵਾਰ ਬਣ ਕੇ ਤੁਸੀਂ ਲੋਕਾਂ ਤੱਕ ਆਪਦੀ ਗੱਲ ਕਰਨੀ, ਆਪਦੇ ਬਾਰੇ ਗੱਲ ਕਰੋ ਯਾਰ। ਜੀ, ਤੁਹਾਡੀ ਵਿਜ਼ਨ ਕੀ ਹੈ ਉਹਦੇ ਬਾਰੇ ਗੱਲ, ਕੀ ਪਰਸਨਲ ਕਰੈਕਟਰ ਅਸੈਸੀਨੇਸ਼ਨ ਕਰਕੇ, ਪਰਸਨਲੀ ਕਿਸੇ ਨੂੰ ਸਿਆਸੀ ਰੰਗਤ ਦੇ ਕੇ, ਕਿਸੇ ਨੂੰ ਉੱਚਾ ਥੱਲਾ ਦਿਖਾ ਕੇ ਇੱਕ ਹਲਕੇ ਦਾ ਔਰ ਇੱਕ ਹਲਕੇ ਦੇ ਲੋਕਾਂ ਦਾ ਮੈਂ ਕੀ ਭਲਾ ਕਰ ਸਕਦਾ? ਅਤੇ ਕੀ ਲੋਕਾਂ ਨੂੰ ਪਤਾ ਨਹੀਂ ਕੌਣ ਕਿੱਥੇ ਵੱਸਦਾ ਅਤੇ ਕੌਣ ਕੀ ਕਰਦਾ ਅਤੇ ਕਿਹਦਾ ਕੀ ਰੁਖ ਹੈਗਾ ਅਤੇ ਕਿਹਦਾ ਕੀ ਸਿਸਟਮ ਹੈਗਾ? ਕਿਉਂ ਮੈਂ ਕਿਸੇ ਨੂੰ ਮਾੜਾ ਆਪਦੇ ਜ਼ੁਬਾਨ ਤੋਂ ਬੋਲਣ ਦੀ ਗੱਲ ਕਰਾਂ? ਲੋਕ ਫੈਸਲਾ ਕਰਨਗੇ। ਪਰ ਇਹ ਜਵਾਬ ਤੁਸੀਂ ਸਵਾਲ ਕੀਤਾ, ਮੈਂ ਇਸ ਦਾ ਜਵਾਬ ਇੰਨਾ ਲੰਬਾ ਲੈ ਗਿਆ ਕਿਉਂਕਿ ਵਿਰੋਧੀ ਅਕਸਰ ਸੰਧੂ ਸਾਹਿਬ ਤੁਹਾਡੇ ਤੇ ਇਹੀ, ਤੁਹਾਡੇ ਜਿਹੜੇ ਵਿੱਚ ਤੁਹਾਡੇ ਨਾਲ ਰਹਿੰਦੇ ਰਹੇ, ਨਾਲ ਬਹਿੰਦੇ ਰਹੇ, ਯਾਰੀਆਂ ਨਿਭਾਉਂਦੇ ਸੀ, ਉਹੀ ਅੱਜ ਦੂਜੇ ਪਾਸੇ ਹੋਣ ਦੇ ਬਾਵਜੂਦ ਤੁਸੀਂ ਪਾਰਟੀ ਨਹੀਂ ਛੱਡੀ। ਤੁਹਾਡਾ ਕਹਿਣਾ ਕਿ ਇੱਕ ਪਰਿਵਾਰ ਦੇ ਵਿੱਚ 2 ਭਰਾ ਸੀ ਤਾਂ ਉਹ ਆਪਦੀ ਮਾਂ ਨਾਲ ਹੀ ਰਿਹਾ, ਦੂਜਾ ਚਾਹੇ ਅੱਡ ਹੋ ਗਿਆ। ਪਰ ਉਹ ਤੁਹਾਨੂੰ ਕਹਿੰਦੇ ਨਿਸ਼ਾਨੇ 'ਤੇ ਇਸੇ ਕਰਕੇ ਲੈਂਦੇ ਆ ਵੀ ਸੰਧੂ ਤਾਂ ਜੇ ਕੈਪਟਨ ਦਾ ਨਹੀਂ ਹੋਇਆ ਤਾਂ ਇਹ ਲੋਕਾਂ ਦਾ ਕਿਵੇਂ ਹੋ ਜੂ, ਦਾਖੇ ਵਾਲਿਆਂ ਦਾ ਕਿਵੇਂ ਹੋ ਜੂ, ਤੁਹਾਡਾ ਇਹੀ ਕਹਿਣਾ ਹੈ। ਪਰ ਸੰਧੂ ਸਾਹਿਬ, ਲੋਕ ਹੈ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਕਾਂਗਰਸ ਪਾਰਟੀ ਨੂੰ ਪਾਈਆਂ ਸੀ, 5 ਸਾਲ ਦਾ ਸਮਾਂ ਦਿੱਤਾ ਸੀ, ਲੋਕਾਂ ਦੇ ਵਾਅਦਿਆਂ ਦੇ ਉੱਤੇ ਕਾਂਗਰਸ ਕਿੰਨੀ ਕੁ ਖਰੀ ਉਤਰੀ? ਸੋ ਇਹ ਵੀ ਲੋਕਾਂ ਨੇ ਤੈਅ ਕਰਨਾ ਹੈ। ਮੈਂ ਜਿਹਨੂੰ ਕਹਿੰਦੇ ਚੁਬਾਰੇ ਚੜ੍ਹ ਕੇ ਹੇਕਾਂ ਲਾਈ ਜਾਵਾਂ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਅਸੀਂ ਆਹ 95% 96% ਖਤਮ ਕਰਤਾ, ਲੋਕਾਂ ਨੇ ਨਹੀਂ ਮੰਨਣਾ ਜੀ। ਜਿੱਦਣ ਮਾਰਕੀਟਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਟੂਲ ਵਰਡ ਆਫ ਮਾਊਥ ਹੈ, ਓਵਰ ਐਂਡ ਅਬਵ ਐਵਰੀਥਿੰਗ। ਜੇ ਲੋਕ ਚਰਚਾ ਕਰਨਗੇ ਵੀ ਸੰਦੀਪ ਸੰਧੂ ਤੂੰ ਦਾਖੇ ਕੰਮ ਕੀਤਾ ਕਿ ਨਹੀਂ ਕੀਤਾ, ਜ਼ਬਾਨੀ ਬੋਲਣਗੇ, ਉਸੇ ਤਰੀਕੇ ਨਾਲ ਜੇ ਲੋਕ ਇਹ ਕਹਿਣਗੇ ਕਾਂਗਰਸ ਪਾਰਟੀ ਨੇ 4.5 ਸਾਲ ਜਾਂ 5 ਸਾਲ 'ਚ ਆਹ ਕੀਤਾ, ਇਹ ਲੋਕ ਚਰਚਾ ਕਰਨਗੇ। ਪਰ ਲੋਕਾਂ ਨੇ ਇੱਕ ਚਰਚਾ ਜ਼ਰੂਰ ਸ਼ੁਰੂ ਕਰਤੀ ਹੈ ਨਿਰਮਲ ਜੀ ਕਿ 111 ਦਿਨਾਂ 'ਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ 5 ਸਾਲਾਂ ਦੇ ਜਿਹੜੇ ਲਾਸਟ 6 ਮਹੀਨੇ ਹੁੰਦੇ ਆ ਨਿਰਮਲ ਜੀ, ਬੜੇ ਉਹ ਫਾਡੀ, ਜਿਹਨੂੰ ਆਪਾਂ ਫਾਡੀ ਕਹਿੰਦੇ ਉਹ ਦਿਨ ਹੁੰਦੇ ਆ। ਛੇਤੀ ਕਿਤੇ ਕੋਈ ਅਫਸਰ ਨਹੀਂ ਸੂਤ ਆਉਂਦੇ, ਸਿਸਟਮ ਬਦਲਾਵ ਦੇਖ ਰਿਹਾ ਹੁੰਦਾ ਹੈ ਜਾਂ ਕਰ ਰਿਹਾ ਹੁੰਦਾ ਹੈ। ਇਸ ਚੈਲੰਜਸ ਦੇ ਵਿੱਚ ਜੋ 111 ਦਿਨਾਂ 'ਚ ਚਰਨਜੀਤ ਸਿੰਘ ਚੰਨੀ ਕਰ ਗਿਆ, ਮੇਰੇ ਖਿਆਲ 'ਚ ਉਹ ਕਾਬਲੇ ਤਾਰੀਫ ਹੀ ਹੈ। ਔਰ ਵਾਕਿਆ ਹੀ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਸੀਗਾ, ਅੱਜ ਜਦੋਂ ਉਹ ਵਾਪਸ ਲੋਕਾਂ 'ਚ ਜਾਂਦਾ ਹੈ ਵੋਟ ਮੰਗਣ ਪਾਰਟੀ ਲਈ, ਤਾਂ ਉਹਦੇ ਕੋਲੇ ਢੁਕਵੀਆਂ ਗੱਲਾਂ ਹੈਗੀਆਂ ਕਰਨ ਲਈ ਵੀ ਮੇਰੀ ਪਾਰਟੀ ਨੂੰ ਵੋਟ ਇਸ ਕਰਕੇ ਨਾ ਦਿਓ ਕਿਉਂਕਿ ਮੈਂ ਕੋਈ ਗਰੰਟੀਆਂ ਦੇ ਰਿਹਾ, ਵੋਟ ਇਸ ਕਰਕੇ ਦਿਓ ਕਿਉਂਕਿ ਅਸੀਂ ਆਹ ਕਿਹਾ ਅਤੇ ਆਹ ਕਰਤਾ। ਫੈਸਲਾ ਤੁਸੀਂ ਕਰ ਲਓ ਵੀ ਗਰੰਟੀ ਵਾਲੇ ਨਾਲ ਕਰਨਾ ਕਿ ਜਿਨ੍ਹਾਂ 'ਤੇ ਹਜੇ 2017 ਦੇ ਨਿਹੱਤਿਆਂ 'ਤੇ ਗੋਲੀਆਂ ਚੱਲੀਆਂ ਜਾਂ ਜਿਨ੍ਹਾਂ ਦੇ
2000 ਆ ਜਿਹੜੇ ਕਾਲੇ ਕਾਨੂੰਨ ਆਰਡੀਨੈਂਸਿਸ ਤੋਂ ਜਿੱਥੋਂ ਸ਼ੁਰੂਆਤ ਹੋਈ, ਕਾਲੇ ਕਾਨੂੰਨ ਬਣ ਕੇ ਜਿਨ੍ਹਾਂ ਨੇ 1.5 ਸਾਲ ਸਾਨੂੰ ਸੜਕਾਂ ਤੇ ਰੱਖਿਆ, ਉਹਨਾਂ ਦੇ ਨਾਲ ਆਪਦਾ ਨਾਲ ਨਾਤਾ ਜੋੜਨਾ ਕਿ ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ ਆਹ ਚੀਜ਼ਾਂ ਜਾਂ ਆਹ 111 ਦਿਨ ਦੇ ਵਿੱਚ ਆਹ ਕੰਮ ਕੀਤੇ ਆ, ਉਹਨੂੰ ਤੁਸੀਂ ਵੋਟ ਪਾਉਣੀ ਹੈ। ਸੰਧੂ ਸਾਹਿਬ, ਤੁਹਾਡੇ ਮੁਕਾਬਲੇ ਇੱਥੇ ਸੁਖਬੀਰ ਸਿੰਘ ਬਾਦਲ ਦਾ ਤੇ ਬਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਖਾਸ ਚਹੇਤਾ ਚੋਣ ਲੜ ਰਿਹਾ ਮਨਪ੍ਰੀਤ ਇਆਲੀ। ਉਹਨਾਂ ਦੀ ਹਲਕੇ ਨੂੰ ਕੀ ਦੇਣ ਹੈ ਤੇ ਤੁਹਾਡੀ ਕੀ ਦੇਣ ਹੈ? ਤੁਹਾਡਾ ਵਿਜ਼ਨ ਕੀ ਹੈ ਤੇ ਦਾਖੇ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਦਾਖੇ ਹਲਕੇ? ਸੋ ਇਸ ਕੋਈ ਸ਼ੱਕ ਨਹੀਂ ਕਿ ਮਨਪ੍ਰੀਤ ਸਿੰਘ ਇਆਲੀ, ਸੁਖਬੀਰ ਸਿੰਘ ਬਾਦਲ ਦੇ ਔਰ ਖਾਸ ਕਰਕੇ ਜੀ ਜਿਹੜੇ ਬਹੁਤ ਹੀ ਚਰਚਾ ਵਿੱਚ ਅੱਜ ਕੱਲ੍ਹ ਆਏ ਵੀ ਹੈਗੇ ਆ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਖਾਸਮ ਖਾਸ ਹੈ। ਇਨਫੈਕਟ ਜਦੋਂ ਉਹਨਾਂ ਦੀ ਇੰਟਰਮ ਬੇਲ ਮਿਲੀ ਸੀ ਜੀ, ਸਭ ਤੋਂ ਪਹਿਲਾਂ ਲੀਡਰ ਜਿਨ੍ਹਾਂ ਨੇ ਉਸ ਗੱਲ ਨੂੰ ਵੈਲਕਮ ਕੀਤਾ ਸੀ ਉਹ ਸਾਡੇ ਇੱਥੋਂ ਦੇ MLA ਮਨਪ੍ਰੀਤ ਸਿੰਘ ਇਆਲੀ ਸੀ। ਸੋ ਦੇਖੋ ਉਹਨਾਂ ਨੇ ਜੋ ਕੰਮ ਕੀਤਾ, ਮੇਰੇ ਖਿਆਲ 'ਚ ਉਹ ਆਪਦੀ ਹਰ ਇਲੈਕਸ਼ਨ 'ਚ ਜਦੋਂ ਉਹਨਾਂ ਨੇ ਆਪਦਾ ਸਿਆਸੀ ਸਫ਼ਰ ਸ਼ੁਰੂ ਕੀਤਾ ਬਤੌਰ ਸ਼ਾਇਦ ਉਹ ਸਰਪੰਚ ਤੋਂ ਕਹਿੰਦੇ ਆ, ਪਰ ਮੈਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਾਂ ਉਸ ਤੋਂ ਬਾਅਦ ਦੀ ਸਫ਼ਰ ਦੀ ਗੱਲ ਕਰਾਂ ਤਾਂ ਉਹਨਾਂ ਨੇ ਆਪਦੇ ਜਿਹੜੇ ਇੱਥੇ ਡਿਵੈਲਪਮੈਂਟ ਦੇ ਕੰਮ ਕੀਤੇ ਹੈਗੇ, ਉਹ ਹਰ ਇਲੈਕਸ਼ਨ ਦੇ ਵਿੱਚ ਉਹਨੂੰ ਅੱਗੇ ਲੈ ਕੇ ਆਉਂਦੇ ਹੈਗੇ ਆ। ਮੈਂ ਜੋ 2.5 ਸਾਲਾਂ 'ਚ ਕੀਤਾ ਹੈਗਾ ਉਹ ਲੋਕਾਂ ਦੇ ਅੱਗੇ ਹੈਗਾ। ਜਿਹੜੀਆਂ ਆਹ ਦੋਨੋਂ ਚੀਜ਼ਾਂ ਇਹ ਲੋਕਾਂ ਦੀ ਕਚਹਿਰੀ ਵਿੱਚ ਪਹੁੰਚ ਚੁੱਕੀਆਂ। ਲੋਕਾਂ ਨੇ ਆਪਦੀ ਤਰਾਜ਼ੂ ਵਿੱਚ ਤੋਲ ਕੇ ਦੱਸਣਾ ਕਿਹਨੇ ਕੀ ਕੀਤਾ ਤੇ ਕਿੰਨਾ ਕੀਤਾ, ਕਿਹਦਾ ਸੱਚਾ, ਕਿਹਦਾ ਜ਼ਿਆਦਾ, ਕਿਹੜਾ ਝੂਠ ਬੋਲ ਰਿਹਾ, ਕਿਹੜਾ ਕੀ ਕਰ ਰਿਹਾ। ਮੈਂ ਕਹਿੰਦਾ ਕਿ ਮੈਂ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ ਤੇ ਇੱਥੇ ਚਰਚਾ ਇਹ ਰਹੀ ਹੈਗੀ ਕਿ ਮਨਪ੍ਰੀਤ ਸਿੰਘ ਇਆਲੀ ਨੇ ਪਰਚਿਆਂ ਦੀ ਰਾਜਨੀਤੀ ਹੀ ਕੀਤੀ। ਅੱਜ ਉਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਕਿ ਮੈਂ ਪਰਚਿਆਂ ਦੀ ਰਾਜਨੀਤੀ ਕਰਦਾ। ਮੈਂ ਕਹਿੰਦਾ ਮੈਂ ਨਹੀਂ ਕਰਦਾ। ਫੈਸਲਾ ਲੋਕਾਂ ਨੇ ਕਰਨਾ ਕਿ ਮੈਂ ਕੀਤੀ ਹੈ ਪਰਚਿਆਂ ਦੀ ਰਾਜਨੀਤੀ ਕਿ ਨਹੀਂ ਕੀਤੀ। ਜੋ ਮਨਪ੍ਰੀਤ ਨੇ ਕਿਹਾ ਕਿ ਉਹ ਸੱਚ ਹੈ ਜਾਂ ਜੋ ਮਨਪ੍ਰੀਤ ਬਾਰੇ ਕਿਹਾ ਜਾਂਦਾ ਉਹ ਸੱਚ ਹੈ। ਪਰ ਮੈਂ ਅਗੇਨ ਇਹ ਜਿਹੜਾ ਮੁੱਦਾ ਹੈ ਅਗੇਨ ਇਹ ਪਰਸਨਲਾਈਜ਼ਡ ਹੋ ਜਾਂਦਾ ਹੈ, ਕਿਸੇ ਨੂੰ ਮਾੜਾ ਚੰਗਾ ਬੋਲਣ ਵਾਲਾ ਹੋ ਜਾਂਦਾ ਹੈ। ਗੱਲ ਵਿਜ਼ਨ ਤੇ ਆਓ ਜੀ। ਵਾਟ ਇਜ਼ ਯੋਰ ਵਿਜ਼ਨ ਫॉर ਦਾਖਾ? ਦਾਖੇ ਲਈ ਤੁਹਾਡਾ ਕੀ ਵਿਜ਼ਨ ਹੈ? ਸੋ ਦਾਖੇ ਲਈ ਵਿਜ਼ਨ ਨੂੰ ਜੇ ਮੈਂ ਨੈਰੋ ਕਰਾਂ ਤੇ ਸਿਰਫ ਦਾਖਾ ਸੈਂਟਰਿਕ ਕਰ ਲਾਂ ਤਾਂ ਦਾਖੇ ਵਿੱਚ ਹਜੇ ਵੀ ਬਹੁਤ ਮੁੱਢਲੀ ਚੀਜ਼ਾਂ ਦੀ ਜ਼ਰੂਰਤ ਹੈ। ਦਾਖੇ ਦੇ ਵਿੱਚ ਜ਼ਰੂਰਤ ਹੈ ਕਿ ਆ ਜਿਹੜੇ ਦੋਨੋਂ ਫਲਾਈਓਵਰ ਬਣੇ, ਜਿਹੜਾ ਰਾਏਕੋਟ ਰੋਡ ਵਾਲਾ ਫਲਾਈਓਵਰ ਹੈ, ਜਿਹੜਾ ਲੁਧਿਆਣਾ ਫਿਰੋਜ਼ਪੁਰ ਰੋਡ ਵਾਲਾ ਫਲਾਈਓਵਰ ਹੈ, ਇਹਨੇ ਕਸਬੇ ਨੂੰ, ਸਾਡੇ ਮੁੱਲਾਂਪੁਰ ਨੂੰ 2 ਹਿੱਸਿਆਂ 'ਚ ਕਰਤਾ ਕਿਉਂਕਿ ਇਹ ਜਿਹੜਾ ਫਲਾਈਓਵਰਸ ਦੋਨੋਂ ਹੀ ਹੈਗੇ ਆ ਇਹ ਪਿਲਰਸ ਤੇ ਨਹੀਂ ਹੈਗੇ, ਕਿਉਂਕਿ ਕਾਫੀ ਘੁੰਮ ਕੇ ਆਉਣਾ ਪੈਂਦਾ। ਮੈਂ ਵੀ ਅਸੀਂ ਆ ਰਹੇ ਚੰਡੀਗੜ੍ਹੋਂ ਦੇਖਿਆ ਟ੍ਰੈਫਿਕ ਕੰਜੈਸ਼ਨ ਸਾਰਾ ਕੁਝ ਇਹ ਥੱਲੇ ਜਿਹੜਾ ਕਿ ਸਮੂਥ ਹੋਣਾ ਚਾਹੀਦਾ ਸੀ ਉਹ ਓਨਾ ਕਿ ਜ਼ਿਆਦਾ ਉੱਥੇ ਉਹ ਬਣ ਗਿਆ ਹੈਗਾ। ਲੋਕ ਤਾਂ ਉੱਤੋਂ ਦੇ ਲੰਘ ਜਾਂਦੇ ਆ 80-90-100 ਦੀ ਸਪੀਡ ਤੇ। ਥੱਲੇ ਜਿਹੜੇ ਨੇ ਸੁੱਖ ਦਾ ਸਾਹ ਲੈਣਾ ਸੀ ਸ਼ਹਿਰ ਨੇ, ਇੱਕ ਤਾਂ 2 ਹਿੱਸਿਆਂ 'ਚ ਵੰਡਿਆ ਗਿਆ ਤੇ ਦੂਜਾ ਟ੍ਰੈਫਿਕ ਦੀ ਪ੍ਰੋਬਲਮ ਆ ਗਈ। ਇਸ ਦੀ ਲਈ ਐਫਰਟ ਕਰਕੇ ਇਹਨੂੰ ਠੀਕ ਕਰਨਾ ਜੀ। ਇਹ ਦਾਖਾ ਜਿਹੜਾ ਹਲਕਾ ਹੈ ਨਿਰਮਲ ਜੀ, ਇਹ ਮਹਾਨ ਯੋਧਿਆਂ ਦਾ, ਸ਼ਹੀਦਾਂ ਦਾ ਧਰਤੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਸਰਾਭਾ ਦਾਖਾ ਹਲਕਾ 'ਚ ਪੈਂਦਾ ਹੈ। ਇੱਥੋਂ ਦੇ ਪਿੰਡ ਦੀ ਮੈਂ ਇੱਕ ਵਿਜ਼ਨ ਤੋਂ ਪਿੱਛੇ ਹਟ ਰਿਹਾ ਇੱਕ ਮਿੰਟ ਜੀ। ਇੱਥੇ ਮੰਗ ਸੀ ਪੂਰੇ ਹਲਕੇ ਦੀ, ਸਰਾਭਾ ਵਾਸੀਆਂ ਦੀ ਤਾਂ ਹੋਊਗੀ, ਉਹਨਾਂ ਦਾ ਪਿੰਡ ਹੈ ਜੀ ਕਿ ਜੀ ਜਿਹੜੀ ਪੱਖੋਵਾਲ ਤੋਂ ਸੜਕ ਹੈ ਨਾ ਰਾਏਕੋਟ ਤੱਕ ਜਾਂਦੀ ਹੈ, ਉਹਦਾ ਨਾਮ ਪੱਖੋਵਾਲ ਰੋਡ ਜਾਂ ਰਾਏਕੋਟ ਰੋਡ ਦੀ ਬਜਾਏ, ਕਿਉਂਕਿ ਉਹ ਸਰਾਭਾ ਪਿੰਡ ਵਿੱਚ ਦੀ ਲੰਘਦੀ ਹੈ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਚਾਹੀਦਾ। ਇਹ ਤਾਂ ਕੋਈ ਔਖਾ ਕੰਮ ਨਹੀਂ ਸੀ। ਬਿਲਕੁਲ ਬਿਲਕੁਲ। ਪਰ ਕਿਸੇ ਚੀਜ਼ ਨੂੰ ਕੰਮ ਕਰਨਾ ਫੋਕਸ ਹੋ ਕੇ ਮਗਰ ਲੱਗ ਕੇ ਹੀ ਹੁੰਦਾ ਹੈ। 2.5 ਸਾਲਾਂ ਦੇ ਵਿੱਚ ਮੈਂ ਕਹਿੰਦਾ ਜੇ ਮੈਨੂੰ ਕਿਸੇ ਕੰਮ ਤੋਂ ਸਭ ਤੋਂ ਜ਼ਿਆਦਾ ਸੰਤੁਸ਼ਟੀ ਮਿਲੀ ਤਾਂ ਉਹ ਐਫਰਟ ਕਰਕੇ ਉਹ ਸੜਕ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਿਆ ਗਿਆ। ਔਰ ਜੇ ਤੁਸੀਂ ਪੱਖੋਵਾਲ ਜਿੱਥੇ ਪਾਰਕ ਪਲਾਜ਼ਾ ਹੋਟਲ ਹੈ ਉਹਦੇ ਨਾਲ ਉਹ ਚੱਲਦੀ ਹੈ ਸੜਕ ਤੇ ਰਾਏਕੋਟ ਜਾਂਦੀ ਹੈ, ਜਿਹੜੇ ਮੀਲ ਪੱਥਰ ਹੈ ਜਿਹੜੇ ਉੱਤੇ ਉਹ ਗ੍ਰੀਨ ਬੋਰਡਸ ਹੈ, ਤੁਹਾਨੂੰ ਹੁਣ ਸ਼ਹਿਰ ਦੇ ਵਿੱਚ ਵੀ ਤੇ ਤੁਰ ਸੜਕ ਤੇ ਵੀ ਪੱਥਰਾਂ ਤੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਿਹੜਾ ਨਾਮ ਹੈ ਮਾਰਗ ਹੈ ਉਹ ਦਿਖੂਗਾ ਜੀ। ਬੱਸ ਸਟੈਂਡ ਬਣਿਆ, ਕਿਸੇ ਦੀ ਮੰਗ ਨਹੀਂ ਸੀ, ਸੋਚ ਆਈ ਕਿ ਜੀ ਬੱਸ ਸਟੈਂਡ ਇੱਕ ਐਡਾ ਵੱਡੀ ਚੀਜ਼ ਹੈ, ਕਿਉਂ ਨਾ ਇਹ ਸਮਰਪਿਤ ਕੀਤਾ ਜਾਵੇ ਉਸ ਮਹਾਨ ਸ਼ਹੀਦ ਨੂੰ। ਟਰਾਂਸਪੋਰਟ ਮਿਨਿਸਟਰ ਸਾਡੇ ਰਾਜਾ ਵੜਿੰਗ ਜੀ ਆਏ ਸਰਾਭੇ,
ਸਾਡਾ ਜਦੋਂ ਸ਼ਹੀਦੀ ਦਿਨ ਹੁੰਦਾ ਸਰਾਭਾ ਸਾਹਿਬ ਦਾ, ਉਸ ਦਿਨ ਉੱਥੇ ਆਏ, ਸਪੋਰਟਸ ਇਵੈਂਟਸ ਹੁੰਦੀਆਂ, ਉੱਥੇ ਸਾਡੇ ਵੱਲੋਂ ਹੀ ਅਸੀਂ ਰੱਖੀ ਗੱਲ। ਉਹਨਾਂ ਨੇ ਉਸੇ ਦਿਨ ਹੀ ਸ਼ਾਮ ਨੂੰ ਜਾ ਕੇ ਕੈਬਨਿਟ ਦੇ ਵਿੱਚ ਮਤਾ ਜਿਹੜਾ ਸੀ ਪਾਸ ਕਰਤਾ। ਸੋ ਮਾਈ ਵਿਜ਼ਨ ਫॉर ਦਾਖਾ ਇਜ਼ employment for 2000 people or youth every year। ਸੌਖਾ ਕੰਮ ਨਹੀਂ ਸਾਹਿਬ, 6 ਤੋਂ 7 ਨੌਕਰੀਆਂ ਰੋਜ਼ ਦੀਆਂ ਬਣ ਜਾਂਦੀਆਂ। ਠੀਕ ਹੈ ਜੀ। ਇੱਕ ਇੱਥੇ ਛੋਟੀ ਜਿਹੀ ਫਾਊਂਡੇਸ਼ਨ ਸ਼ੁਰੂ ਕੀਤੀ ਹੈ, ਜਿਹੜੀ ਛੋਟੇ ਬੱਚਿਆਂ ਨੂੰ ਤਾਂ ਜ਼ਰੂਰ ਸਨਮਾਨ ਕਰਿਆ ਕਰੂਗੀ ਉਹਨਾਂ ਨੂੰ ਪੜ੍ਹਾਈ ਨੂੰ ਲੈ ਕੇ। ਜਦੋਂ ਬੱਚਾ 11ਵੀਂ 12ਵੀਂ 'ਚ ਜਾਊਗਾ, ਜਾਣ ਤੋਂ ਪਹਿਲਾਂ ਉਹਦਾ ਇੱਕ ਟੈਸਟ ਲੈ ਕੇ ਦੱਸੂਗੀ, ਬੇਟਾ ਤੂੰ ਆਹ ਵਾਲੀ ਪੜ੍ਹਾਈ ਕਰੇਗਾ, ਇਹ ਤੇਰੇ ਦਿਮਾਗ ਨਾਲ ਵੀ ਮੈਚ ਕਰਦੀ ਹੈ ਅਤੇ ਤੈਨੂੰ ਅੱਗੇ ਫਾਇਦਾ ਵੀ ਦੇਊਗਾ, ਤਾਂ ਕਿ ਜਿਹੜਾ ਬੱਚਿਆਂ ਨੇ ਅੱਗੇ ਵਧਣਾ ਉਹਨਾਂ ਨੂੰ ਵੀ ਇਸੇ ਲੈਵਲ 'ਤੇ ਹੀ ਸਹੀ ਰਾਹ ਦਿਖਾਇਆ ਜਾ ਸਕੇ, ਤਾਂ ਕਿ ਨੌਕਰੀਆਂ ਲੱਭਣ 'ਚ ਅਤੇ ਨੌਕਰੀਆਂ ਕਰਨ 'ਚ ਸੌਖਾ ਹੋਵੇ ਸਿਸਟਮ। ਡਰੱਗਸ ਹਜੇ ਖਤਮ ਨਹੀਂ ਹੋਈਆਂ, ਬਹੁਤ ਘਟ ਗਈਆਂ। ਅਸੀਂ ਹੁਣ ਚਰਚਾ 'ਚ ਨਹੀਂ ਰਹੇ ਜੀ। ਸਾਡੇ ਇੱਥੇ ਹੁਣ ਇਹ ਗੱਲ ਪੰਜਾਬ 'ਚ ਪਹਿਲਾਂ ਚੱਲਦੀ ਸੀ, ਹੁਣ ਦਾਖੇ ਹਲਕੇ ਦੀ ਸਾਡੀ ਖੁਸ਼ਕਿਸਮਤੀ ਹੈ, ਇਹੋ ਜਿਹੀ ਗੱਲ ਨਹੀਂ ਰਹੇਗੀ ਜੀ। ਪਰ ਇਸ ਨੂੰ ਜੜੋਂ ਹਜੇ ਖਤਮ ਕਰਨਾ ਹੈਗਾ, ਉਸ ਲਈ ਹਜੇ ਹੋਰ ਐਫਰਟਸ ਦੀ ਲੋੜ ਹੈਗੀ ਹੈ। ਹੌਸਪੀਟਲ, ਨਰਸਿੰਗ ਕਾਲਜ, ਗਵਰਨਮੈਂਟ ਕਾਲਜ ਹੈ ਨਹੀਂ ਇੱਥੇ, ਇਹ ਸਾਰੀਆਂ ਚੀਜ਼ਾਂ ਲੈ ਕੇ ਆਉਣੀਆਂ ਮੈਂ ਆਪਦੀ ਵਿਜ਼ਨ ਦਾ ਹਿੱਸਾ ਮੰਨਦਾ। ਸੰਧੂ ਸਾਹਿਬ, ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਹੈ। ਅਰਵਿੰਦ ਕੇਜਰੀਵਾਲ ਪੰਜਾਬ 'ਚ ਆ ਕੇ ਕਹਿੰਦੇ ਨੇ ਮੈਨੂੰ ਇੱਕ ਮੌਕਾ ਦਿਓ, ਅਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਪੰਜਾਬ ਮਾਡਲ ਲਾਗੂ ਕਰੂੰਗਾ। ਕੇਜਰੀਵਾਲ ਬਾਰੇ ਕੀ ਸੋਚਦੇ ਹੋ ਤੁਸੀਂ? ਦੇਖੋ, ਇਸ ਤਰ੍ਹਾਂ ਹੈਗਾ, ਦਿੱਲੀ ਦੇ ਮੁੱਖ ਮੰਤਰੀ ਹੈ ਜੀ। ਦਿੱਲੀ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤਾ, ਮੈਂ ਤਾਂ ਬਾਹਲੀ ਦੂਰ ਹੀ ਨਹੀਂ ਜਾਊਂਗਾ। ਆਪਾਂ ਮਹਾਂਮਾਰੀ ਦਾ ਸਮਾਂ ਯਾਦ ਕਰ ਲਓ, ਆਪਾਂ ਸਾਰਿਆਂ ਨੇ ਟੈਲੀਵਿਜ਼ਨਾਂ 'ਤੇ ਕੀ ਕੀ ਦੇਖਿਆ। ਬਾਹਲੀ ਦੂਰ ਹੀ ਨਾ ਜਾਓ, ਜੋ ਉਹਨਾਂ ਨੇ ਇੱਥੇ ਗਰੰਟੀਆਂ ਹੁਣ ਦੇ ਰਹੇ ਹੈਗੇ ਆ, ਉਹ ਕਹਿੰਦੇ ਆਹ ਗਰੰਟੀ ਕਰਨੀ ਆ, ਗਰੰਟੀ। ਐਗਜ਼ੈਕਟਲੀ, ਸਿੰਪਲ ਗੱਲ ਹੈ ਕਿ ਕੀ ਉਹਨਾਂ ਨੇ ਉਹ ਗਰੰਟੀ ਅੱਜ ਦਿੱਲੀ 'ਚ ਦਿੱਤੀ ਵੀ ਹੈ? ਜੇ ਦਿੱਤੀ ਹੈ ਔਰ ਚੱਲ ਰਹੀ ਹੈ, ਵਾਟਐਵਰ ਜੋ ਵੀ, ਭਾਵੇਂ ਸਾਡੀਆਂ ਮਹਿਲਾਵਾਂ ਭੈਣਾਂ ਲਈ ਪਤਾ ਹੈ ਕਿ ਇਹ ਸੰਭਵ ਹੈਗੇ ਨੇ ਜੀ ਇਹ ਐਲਾਨ, ਜਿਹੜੀ ਮੁਫਤਖੋਰੀ ਦਾ ਜਿਹੜਾ ਚੋਗਾ, ਇਹ ਕਦੋਂ ਤੱਕ? ਨਿਰਮਲ ਜੀ, ਮੇਰਾ ਇੱਕ ਆਪਦਾ ਜਾਤੀ ਸੋਚ ਹੈ, ਮੈਂ ਜ਼ਰੂਰ ਰੱਖਣੀ ਚਾਹੁੰਦਾ ਹਾਂ ਜੀ। ਜਿਹੜਾ ਮੈਨੀਫੈਸਟੋ ਹੈ ਨਾ ਜੀ ਆਫ ਐਨੀ ਪਾਰਟੀ, ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੀ। ਤੁਹਾਡੀ ਰਿਸਪੌਂਸਿਬਿਲਟੀ ਐਜ਼ ਅ ਪਾਰਟੀ ਫਿਕਸ ਹੋਣੀ ਚਾਹੀਦੀ ਹੈ ਵੀ ਜੇ ਵਾਅਦੇ ਕਰ ਰਹੇ ਹੋ, ਇਹਦਾ ਲੇਖਾ ਜੋਖਾ ਤੁਹਾਡੇ ਤੋਂ ਅਗਲੀ ਇਲੈਕਸ਼ਨ ਤੋਂ ਪਹਿਲਾਂ ਲਿੱਤਾ ਜਾਊਗਾ। ਨਹੀਂ ਉਸ 'ਤੇ ਪੂਰੇ ਪਾਉਂਗੇ ਤਾਂ ਸੌਰੀ, ਆਹ ਤੁਹਾਡੇ 'ਤੇ ਇਸ਼ੂਜ਼ ਤੁਹਾਡੇ 'ਤੇ ਅਸੀਂ ਲਾਵਾਂਗੇ, ਜਾਂ ਆਹ ਕੰਡੀਸ਼ਨਸ ਫਿਰ ਤੁਹਾਡੇ 'ਤੇ ਲੱਗ, ਕੁਛ ਵੀ ਹੋਵੇ, ਤਾਂ ਕਿ ਇੱਕ ਸੀਰੀਅਸਨੈਸ ਸਿਆਸਤ ਦੇ ਵਿੱਚ ਆਵੇ, ਇੱਕ ਸੋਚ ਇਹੋ ਜਿਹੀ ਆਵੇ ਕਿ ਇਹ ਜਿਹੜਾ ਮੈਨੀਫੈਸਟੋ ਹੈਗਾ ਇਹਦੀ ਕੰਪਲਾਇੰਸ ਕਰਨੀ ਜਿੰਨੀ ਜ਼ਰੂਰੀ ਹੈ। ਜਿਸ 'ਚ ਕੋਤਾਹੀ ਰਹਿ ਗਈ, ਨੈਗਲੀਜੈਂਸ ਰਹਿ ਗਈ, ਅਗਲੀਆਂ ਇਲੈਕਸ਼ਨਾਂ 'ਚ ਸਾਨੂੰ ਦੇਣਾ ਪੈ ਜਾਊਗਾ। ਇਹ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿਹੜਾ ਤੁਹਾਡਾ ਉਹ ਸਵਾਲ ਹੈ, ਮੇਰੇ ਹਿਸਾਬ ਨਾਲ ਉਸ 'ਚ ਜਵਾਬ ਆਉਂਦਾ ਹੈ ਕਿ ਐਵੇਂ ਮੁਫਤਖੋਰੀ ਜਾਂ ਗੱਲਾਂ ਜਾਂ ਇਹੋ ਜਿਹੀਆਂ ਗਰੰਟੀਜ਼ ਦੀਆਂ ਗੱਲਾਂ ਜਾਂ ਕੁਛ ਵੀ ਕਰਨਾ, ਉਸ ਹਿਸਾਬ ਨਾਲ ਹੋਣਾ ਚਾਹੀਦਾ ਜੋ ਤੁਸੀਂ ਐਕਚੁਅਲੀ ਡਿਲੀਵਰ ਕਰ ਸਕੋ। ਨਹੀਂ ਤਾਂ ਤੁਹਾਡੇ ਲਈ ਪੈਨਲਟੀ ਜੋ ਵੀ ਹੁੰਦਾ, ਦੰਡ ਜਾਂ ਜੋ ਵੀ ਹੋਣਾ, ਉਹ ਬਿਲਕੁਲ ਹੋਣਾ ਚਾਹੀਦਾ। ਸੰਧੂ ਸਾਹਿਬ, ਉਹ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਬਦਲਣ ਆਏ ਹਾਂ, ਅਤੇ ਪਰ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਤੁਹਾਡੇ, ਕਿਉਂਕਿ ਤੁਸੀਂ ਜਦੋਂ MLA ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਸੀ, ਤੁਹਾਡਾ ਵੀ ਅਹਿਮ ਯੋਗਦਾਨ ਹੁੰਦਾ ਸੀ, ਅਤੇ ਉਹ ਗਰੰਟੀ ਪੰਜਾਬੀ ਦੇਖਦੇ ਨੇ ਵੀ ਜੇ ਤੁਹਾਡੇ MLA ਦੀ ਗਰੰਟੀ ਨਹੀਂ ਹੈਗੀ, ਸਵਾਲ ਦੇ ਵਿੱਚ ਕਈ ਜਵਾਬ ਵੀ ਹੁੰਦੇ ਨੇ ਜਦੋਂ ਆਪਾਂ ਨਾਰਮਲ ਡਿਸਕਸ਼ਨ ਕਰਦੇ ਹਾਂ, ਅਤੇ ਉਹ MLA ਤਾਂ ਕਹਿੰਦੇ ਸੰਧੂ ਸਾਹਿਬ ਪੱਟ ਕੇ ਲੈ ਜਾਂਦੇ ਸੀ। ਅਤੇ ਨਿਰਮਲ ਜੀ, ਗੱਲ ਇਹ ਹੈ, ਤੁਸੀਂ ਵੈਸੇ ਮੈਨੂੰ ਇਹ ਤੁਹਾਡੇ ਪਿਛਲੇ ਸਵਾਲ 'ਚ ਜਵਾਬ ਦੇ ਦੇਣਾ ਚਾਹੀਦਾ ਸੀ, ਕਿਤੇ ਰਹਿ ਗਿਆ। ਇੱਕ ਮੈਂਡੇਟ ਮਿਲਿਆ 2017 ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੀ। ਉਹ ਇਹ ਸੀ ਕਿ ਇੱਕ ਓਪੋਜੀਸ਼ਨ ਪਾਰਟੀ ਦਾ, ਮੇਰੇ ਖਿਆਲ 'ਚ 22 MLA ਜਾਂ 20 MLA, 20+2 ਆਮ, ਇਹ MLAs ਦਾ ਕੰਮ ਸੀ। ਜਿਹੜੀ ਪਾਰਟੀ, ਸੰਜੀਦਗੀ ਨਾਲ ਗੱਲ ਕਹਿ ਰਿਹਾ, 20 ਜਾਣੇ ਇਕੱਠੇ ਰੱਖਣ 'ਚ ਸਮਰਥ ਨਹੀਂ ਹੋ ਸਕੀ ਜਾਂ ਨਹੀਂ ਕਰ ਸਕੀ, ਉਸ ਪਾਰਟੀ ਨੂੰ ਤੁਸੀਂ ਕੀ ਵਾਗਡੋਰ ਸੰਭਾਲਣੀ ਦੀ ਜ਼ਿੰਮੇਵਾਰੀ ਦੇ ਸਕਦੇ ਹੋ? ਤੁਹਾਡੇ 20 ਤੋਂ 18, 18 ਤੋਂ 17, 17 ਤੋਂ 12, 12 ਤੋਂ 14, 14 ਤੋਂ 11, 11 ਤੋਂ 12, ਆਹੀ ਕੁਛ ਚੱਲੀ ਗਿਆ ਹੈਗਾ। ਔਰ ਇਸ ਲੈਵਲ ਦੀ ਡਿਸਸੈਟਿਸਫੈਕਸ਼ਨ
ਜਾਂ ਇਸ ਲੈਵਲ ਦੀ ਐਂਬੀਸ਼ਨ ਸੀਗੇ ਇੰਡੀਵਿਜੂਅਲਸ ਦੇ ਵਿੱਚ ਕਿ ਇੱਕ ਯੂਨਾਈਟਿਡ ਫੇਸ ਐਜ਼ ਅ ਆਪੋਜੀਸ਼ਨ ਪੁੱਟ ਫਾਰਵਰਡ ਕਰਦੀ ਹੈ ਟ੍ਰੈਜਰੀ ਬੈਂਚਸ ਲਈ ਜਾਂ ਸਰਕਾਰ ਲਈ, ਕਰ ਹੀ ਨਹੀਂ ਸਕੇ। ਸੋ ਜੇ ਤੁਸੀਂ ਇੱਕ ਆਪੋਜੀਸ਼ਨ ਦਾ ਰੋਲ ਨਹੀਂ ਸੰਭਾਲ ਸਕੇ, ਤੁਸੀਂ ਗਵਰਨਮੈਂਟ ਦਾ ਰੋਲ ਕਿਸ ਬੇਸਿਸ ਤੇ ਆਪਦੇ ਆਪ ਨੂੰ ਸਹੀ ਸਮਝਦੇ ਹੋ ਕਿ ਅਸੀਂ ਸੰਭਾਲ ਲਾਂਗੇ? ਔਰ ਇਹੀ ਚੀਜ਼ ਜਿਹੜੀ ਹੈਗੀ ਹੈ, ਮੈਂ ਸਮਝਦਾ ਕਿ ਪਬਲਿਕ ਦੇਖ ਰਹੀ ਹੈਗੀ ਹੈ ਔਰ ਪਬਲਿਕ ਬਿਲਕੁਲ ਇਸ ਚੀਜ਼ ਨੂੰ ਦੇਖੂਗੀ। ਸੰਧੂ ਸਾਹਿਬ, ਸਵਾਲ ਤਾਂ ਕਾਫੀ ਨੇ, ਪੰਜਾਬ ਦੇ ਲੋਕ ਬਹੁਤ ਹੀ ਅਸੀਂ ਕਹਿੰਦੇ ਖੁੱਲ੍ਹੀਆਂ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ 'ਤੇ ਆਏ, ਮੈਂ ਇਕੱਠੇ ਹੀ 2-3 ਸਵਾਲ ਕਰ ਦਿੰਦਾ ਤੁਹਾਨੂੰ। ਉਹਨਾਂ ਦਾ ਦੌਰਾ ਕਹਿੰਦੇ ਜੀ ਉਹਨਾਂ ਨੂੰ ਮੁੜਨਾ ਪਿਆ, ਪੰਜਾਬ ਸਰਕਾਰ ਜਿਹੜੀ ਆ ਆਪਣੀ ਭੂਮਿਕਾ ਸਹੀ ਨਹੀਂ ਨਿਭਾ ਸਕੀ, ਰੂਟ DGP ਦੇ ਉੱਤੇ ਦੋਸ਼ ਲੱਗੇ, ਮੁੱਖ ਮੰਤਰੀ ਚੰਨੀ 'ਤੇ ਦੋਸ਼ ਲੱਗੇ। ਨਾਲ ਹੀ ਭਾਜਪਾ ਨੇ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੇ ਹਲਕਿਆਂ ਦੇ ਵਿੱਚ ਉਮੀਦਵਾਰ ਉਤਾਰੇ ਨੇ। ਭਾਜਪਾ ਨੂੰ ਕਿਵੇਂ ਦੇਖਦੇ ਹੋ ਤੁਸੀਂ, ਕੀ ਇਸ ਵਾਰੀ ਕੀ ਭਵਿੱਖ ਹੈ? ਨਿਮਲ ਜੀ, ਪਹਿਲਾਂ ਤਾਂ ਮੈਂ ਗੱਲ ਜਿਹੜਾ ਤੁਹਾਡਾ ਪਹਿਲਾ ਹਿੱਸਾ ਉਹਦਾ ਦੇਣਾ ਚਾਹੁੰਦਾ ਕਿ ਜਿਹੜਾ ਉਹ ਫੇਰੀ ਸੀਗੀ, ਉਸ ਫੇਰੀ ਦੇ ਵਿੱਚ ਐਕਚੁਅਲ ਫੇਲੀਅਰ ਕੀ ਸੀਗਾ? ਉਹ ਸਭ ਤੋਂ ਵੱਡਾ ਫੇਲੀਅਰ ਸੀਗਾ ਰੈਲੀ। ਜਿਹੜੀ ਰੈਲੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਲਈ ਰੱਖੀ, ਉਹ ਪੂਰਨ ਤੌਰ 'ਤੇ ਫੇਲ ਹੋ ਗਈ। 100 ਕਿਲੋਮੀਟਰ ਦਾ ਸਫ਼ਰ ਆਉਣਾ ਤੇ ਜਾਣਾ ਕੋਈ ਰੁਕਾਵਟ ਨਹੀਂ ਆਈ, ਪਰ ਉਹ 20 ਮਿੰਟ ਬ੍ਰਿਜ 'ਤੇ ਖੜ੍ਹੇ ਰਹਿ ਗਏ ਅਤੇ ਉਸ ਤੋਂ ਬਾਅਦ ਜਾਣ ਲੱਗਿਆ ਇਹ ਕਹਿ ਕੇ ਮੈਂ ਪੰਜਾਬ ਤੋਂ ਮਸਾਂ ਹੀ ਬਚ ਕੇ ਆਇਆ। ਉਹ ਮੇਰੇ ਹਿਸਾਬ ਦੇ ਨਾਲ ਜਿਸ ਤਰੀਕੇ ਨਾਲ ਸਿਰਫ ਤੇ ਸਿਰਫ ਇੱਕ ਲੀਡਰ ਨੇ ਜਵਾਬ ਦਿੱਤਾ, ਉਹ ਸਿਰਫ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਕਿ ਪੰਜਾਬੀ ਤੇ ਪੰਜਾਬੀਅਤ ਕੁਰਬਾਨੀਆਂ 'ਚ ਵਿਸ਼ਵਾਸ ਕਰਦੀ ਹੈ। ਸਾਨੂੰ ਤਾਂ ਸਿਖਾਇਆ ਹੀ ਇਹ ਗਿਆ ਕਿ ਕੁਰਬਾਨੀ ਦੇਣੀ ਹੈ, ਸਾਡੇ ਗੁਰੂਆਂ ਨੇ। ਤੇ ਉਸ ਤੋਂ ਬਾਅਦ ਆਜ਼ਾਦੀ ਵੇਲੇ, ਉਸ ਤੋਂ ਬਾਅਦ ਅੱਜ ਸਰਹੱਦਾਂ ਤੇ ਸਭ ਇਹ ਰਿਗਰੈਟ ਹੈ ਕਿ ਉਹ ਅੜਚਨ ਆਈ। ਉਸ 'ਚ ਬਿਲਕੁਲ ਜਿਹਦਾ ਰੋਲ ਬਣਦਾ ਹੈ ਉਸ ਨੂੰ ਫਿਕਸ ਕਰੋ, ਪਰ ਪੂਰੇ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਇਹ ਕਹਿ ਕੇ ਨਾ ਲੰਘ ਜੋ ਵੀ ਇਹਨਾਂ ਤੋਂ ਮੈਂ ਮਸਾਂ ਬਚ ਕੇ ਆਏ ਤਾਂ ਤੁਹਾਡੇ ਬੂਹੇ 1.5 ਸਾਲ ਬੈਠੇ ਰਹੇ ਸ਼ਾਂਤਮਈ ਢੰਗ ਨਾਲ ਤੇ 750 ਜਾਨਾਂ ਗਵਾ ਗਏ ਉਸ ਸ਼ਾਂਤਮਈ ਅੰਦੋਲਨ ਵਿੱਚ। ਇਹ ਗੱਲ ਤੁਸੀਂ ਕਿਵੇਂ ਉਹਨਾਂ ਨੂੰ ਕਹਿ ਸਕਦੇ ਹੋ? ਔਰ ਜਿਹੜਾ ਇਹ BJP ਦਾ ਹੋਣ ਵਾਲਾ ਜਿਹੜਾ ਗੱਠਜੋੜ ਮੇਲ ਜੋਲ, ਇਹ ਲੋਕਾਂ ਦੀ ਕਚਹਿਰੀ ਡਿਸਾਈਡ ਕਰੂਗੀ ਕਿ ਜਿਹੜੀਆਂ ਗੱਲਾਂ ਮੈਂ ਕਹੀਆਂ ਹੈਗੀਆਂ ਅੰਦੋਲਨ ਨੂੰ ਲੈ ਕੇ ਜਾਂ ਸ਼ਹਾਦਤ ਨੂੰ ਲੈ ਕੇ, ਉਹਦੇ ਵਿੱਚ ਜਿਹੜੀ ਜਨਤਾ ਹੈਗੀ ਉਸ ਨੂੰ ਲੈ ਕੇ ਫੈਸਲਾ ਕਰੂਗੀ, ਜਾਂ ਜੋ ਇਹ ਚੀਜ਼ਾਂ ਦਿਖਾ ਰਹੇ ਹੈਗੇ ਆ ਉਹਨੂੰ ਲੈ ਕੇ ਫੈਸਲਾ ਕਰੂਗੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਦੀ ਹੋਰਾਂ ਦੇ ਨਾਲ ਹੱਥ ਮਿਲਾਇਆ ਪੰਜਾਬ ਦੇ ਵਿੱਚ। ਮੈਂ ਤਾਂ ਪਹਿਲਾਂ ਹੀ ਜਵਾਬ ਦਿੱਤਾ ਜੀ ਕਿ ਕੀ ਮੇਰਾ ਆਪਦੀ ਮਾਂ ਪਾਰਟੀ 'ਚ ਰਹਿਣਾ ਉਸ ਉਚਿਤ ਸੀਗਾ ਜਾਂ ਉਸ ਪਾਰਟੀ ਨਾਲ ਹੱਥ ਮਿਲਾਉਣ ਵਾਲੇ ਪਾਰਟੀ ਨਾਲ ਜਾਣਾ ਜਿਸ ਪਾਰਟੀ ਨੇ ਹਜੇ 750 ਦਾ ਜਿਨ੍ਹਾਂ ਦਾ, ਮੈਂ ਤਾਂ ਹੁਣ ਹੋਰ ਸਖਤ ਲਫ਼ਜ਼ਾਂ 'ਚ ਕਹਿ ਸਕਦਾ, ਮੈਂ ਆਪਦੇ ਲਫ਼ਜ਼ਾਂ ਨੂੰ ਫਿਰ ਸੰਕੋਚਦਾ ਹੋਇਆ ਗੱਲ ਕਹਿ ਰਿਹਾ ਕਿ 750 ਪਰਿਵਾਰਾਂ ਦੇ ਜਿਹੜੇ ਚਸ਼ਮੇ ਚਿਰਾਗ ਸੀ ਉਹ ਚਲੇ ਗਏ। ਉਸ ਪਾਰਟੀ ਨਾਲ ਜਾਣਾ ਮੇਰਾ ਠੀਕ ਹੋਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ ਜਾਂ ਕਾਂਗਰਸ ਪਾਰਟੀ ਨਾਲ? ਤੁਸੀਂ ਫਿਰ ਕੀ ਸਮਝਦੇ ਹੋ ਜੇ 700 ਕਿਸਾਨਾਂ ਦੀ ਗੱਲ ਕਰਦੇ ਹੋ ਜਾਂ ਦੂਜੇ ਪਾਸੇ ਉਹਨਾਂ ਦੀ ਗੱਲ ਕਰਦੇ ਹੋ? ਇਹ ਦੇਖੋ, ਇਹ ਬੜਾ ਵੱਡਾ ਸਵਾਲ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਾਣੇ ਜਾਂਦੇ ਸੀ 1984 ਵਾਲੇ ਫੈਸਲੇ ਨਾਲ, ਪਾਣੀਆਂ ਦੇ ਮੁੱਦੇ ਪਾਣੀਆਂ ਦੇ ਰਾਖੇ ਨਾਲ, ਕੰਦੂ ਖੇੜੇ ਦੇ ਰਾਖੇ ਨਾਲ। ਜੀ ਬਿਲਕੁਲ। ਕੀ ਇਹ ਉਹੋ ਜਿਹਾ ਹੀ ਮਤਲਬ ਉਸ ਲੈਵਲ ਦਾ ਮੁੱਦਾ ਹੈਗਾ? ਇਹ ਲੋਕ ਤੈਅ ਕਰਨਗੇ। ਜਿਹੜੀ ਆਉਂਦੀ 2022 ਦੀ ਇਲੈਕਸ਼ਨ ਹੈ, ਇਹਦੇ ਵਿੱਚ ਇਹ ਚੀਜ਼ ਤੈਅ ਹੋਊਗੀ। ਸੰਧੂ ਸਾਹਿਬ, ਮੇਰਾ ਲਾਸਟ ਸਵਾਲ ਹੈ, ਇੱਕ ਅੱਧਾ ਨਾਲ ਹੋਰ ਜੋੜ ਲਾਂਗੇ, ਵੱਧ ਤੋਂ ਵੱਧ ਹੁੰਦਾ ਤਾਂ ਵੀ ਗੱਲਾਂ ਤੁਹਾਡੇ ਨਾਲ ਖਾਸੀਆਂ ਕੀਤੀਆਂ ਜਾਣ, ਕਿਉਂਕਿ ਲੋਕਾਂ ਸਾਹਮਣੇ ਤੁਹਾਡੀ ਜਿਹੜੀ ਅਕਸਰ ਜੋ ਤੁਹਾਡੇ ਦਿਲ ਦੇ ਵਿੱਚ ਆ ਉਹ ਸਾਹਮਣੇ ਆਉਣਾ ਵੀ ਚਾਹੀਦਾ ਹੈ। ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦੌਰਾਨ ਜਿਹੜੀਆਂ ਦੂਰੀਆਂ ਉਹ ਕਿਉਂ ਵਧੀਆਂ? ਬੜਾ ਸੰਖੇਪ ਦੇ ਵਿੱਚ ਮੈਨੂੰ ਪੰਜਾਬੀ ਸੁਣਨਾ ਚਾਹੁੰਦੇ ਨੇ ਸਵਾਲ। ਆਈ ਥਿੰਕ ਸਰ, ਜਦੋਂ ਚੇਨ ਆਫ ਕਮਿਊਨੀਕੇਸ਼ਨ ਬ੍ਰੇਕ ਹੋ ਜੇ ਔਰ ਜਦੋਂ ਤੁਹਾਡੇ ਐਡਵਾਈਜ਼ਰਸ ਤੁਹਾਨੂੰ ਇਸ ਤਰੀਕੇ ਨਾਲ ਐਡਵਾਈਸ ਦੇ ਦੇਣ ਜਾਂ ਉਹ ਸੋਚ ਤੁਹਾਡੀ ਇਸ ਪਾਸੇ ਲੈ ਜਾਣ ਕਿ ਉਹ ਦੂਰੀਆਂ ਦੇ ਘਟਣ ਦੀ ਬਜਾਏ ਵਧਣ ਲੱਗ ਪੈਣ, ਉਹਦੇ ਵਿੱਚ ਫਿਰ ਜਦੋਂ ਫਾਸਲੇ ਵਧਣ ਲੱਗ ਪੈਂਦੇ, ਜਦੋਂ ਕਮਿਊਨੀਕੇਸ਼ਨ ਇਜ਼ ਦ ਕੀ ਫॉर ਐਨੀ ਰਿਲੇਸ਼ਨਸ਼ਿਪ, ਜਦੋਂ ਉਹ ਟੁੱਟਣ ਲੱਗ ਪੈਂਦੀ ਹੈ, ਉਹ 'ਚ ਅੜਚਨ ਆਉਣ ਲੱਗ ਪੈਂਦੀ ਹੈ, ਇੰਟਰਰਪਸ਼ਨ ਹੋਣ ਲੱਗ ਪੈਂਦੀ ਹੈ, ਨਤੀਜਾ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਰਿਸ਼ਤਾ ਜਿਹੜਾ ਜਿੱਥੋਂ ਚੱਲਿਆ ਅਤੇ ਜਿੱਥੇ ਪਹੁੰਚ ਗਿਆ ਉਹ ਲੈਵਲ 'ਤੇ ਚਲਾ ਜਾਂਦਾ ਹੈ। ਸੰਧੂ ਸਾਹਿਬ,
ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਪਣਾ ਉਮੀਦਵਾਰ ਐਲਾਨਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਕੌਣ ਹੋਊਗਾ ਸੀਐਮ ਦਾ ਚਿਹਰਾ, ਤੇ ਭਗਵੰਤ ਮਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ? 2017 ਦੇ ਵਿੱਚ ਵੀ ਮਾਨ ਸਾਹਿਬ ਦਾ ਨਾਂ ਆਇਆ ਸੀ, ਉਦੋਂ ਕਿਉਂ ਨਹੀਂ ਐਲਾਨਿਆ? ਪਾਰਟੀ ਦਾ ਫੈਸਲਾ ਸੀ। ਅੱਜ ਉਸੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਸਾਡੇ ਜਿਹੜੇ ਉਮੀਦਵਾਰ ਹੈਗੇ ਆ ਮੁੱਖ ਮੰਤਰੀ ਦੇ, ਜਿਹੜਾ ਹੈਗਾ ਉਮੀਦਵਾਰ, ਉਹ ਭਗਵੰਤ ਸਿੰਘ ਮਾਨ ਹੈਗੇ ਆ, ਜਾਂ ਭਗਵੰਤ ਮਾਨ ਜਿਵੇਂ ਆਪਾਂ ਕਹਿੰਦੇ ਹੈਗੇ ਆ ਜੀ। ਪਾਰਟੀ ਦਾ ਅੰਦਰੂਨੀ ਫੈਸਲਾ ਹੈਗਾ। ਲੋਕਾਂ ਨੇ ਇਸ ਫੈਸਲੇ ਦਾ ਜਿਹੜਾ ਹੈਗਾ ਮੋਹਰ ਲਾਉਣੀ ਹੈਗੀ ਹੈ ਕਿ ਇਹ ਫੈਸਲਾ ਸਹੀ ਹੈ ਕਿ ਨਹੀਂ ਸਹੀ ਹੈ। ਕਾਂਗਰਸ ਪਾਰਟੀ ਦੀ ਗੱਲ ਰਹੀ, ਸਾਡੇ ਕੋਲ ਤਾਂ ਮੌਜੂਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੈਗੇ ਆ, ਜਿਹੜੇ ਪਾਰਟੀ ਨੂੰ ਇਲੈਕਸ਼ਨ 'ਚ ਲੈ ਕੇ ਜਾ ਰਹੇ ਆ। ਅੱਜ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਉਸ ਗੱਲਾਂ ਬਾਤਾਂ ਦੇ ਵਿੱਚ ਇੱਕ ਅਹਿਮ ਗੱਲ ਉਹਨਾਂ ਦੀ 111 ਦਿਨ ਦੀ ਪਰਫਾਰਮੈਂਸ ਦੀ ਰਹੀ ਹੈਗੀ ਹੈ, ਔਰ ਇਹੀ ਪਰਫਾਰਮੈਂਸ ਹੈ ਜਿਹੜੀ ਸਾਨੂੰ ਇਲੈਕਸ਼ਨਾਂ 'ਚ ਲੈ ਕੇ ਜਾ ਰਹੀ ਹੈ। ਮਤਲਬ ਤੁਹਾਡੇ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਚਿਹਰੇ ਵਜੋਂ? ਉਹ ਆਲਰੇਡੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੈਗੇ ਆ ਨਿਰਮਲ ਜੀ। ਹੀ ਇਜ਼ ਦ ਚੀਫ ਮਿਨਿਸਟਰ ਆਫ ਦ ਸਟੇਟ ਰਾਈਟ ਨਾਓ, ਐਂਡ ਅੱਜ ਉਹੀ ਸਟੇਟ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਕਾਂਗਰਸ ਪਾਰਟੀ ਉਸ ਇਲੈਕਸ਼ਨ 'ਚ ਹਿੱਸਾ ਲੈ ਰਹੀ ਹੈ, ਤੇ ਸਾਡੇ ਕੋਲ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ। ਨਵਜੋਤ ਸਿੰਘ ਸਿੱਧੂ ਨਹੀਂ ਹੋਣਗੇ? ਤੁਹਾਡੇ ਪਾਰਟੀ ਦੇ ਪ੍ਰਧਾਨ ਹੈ, ਜਾਖੜ ਸਾਹਿਬ ਸਾਡੀ ਕਮੇਟੀ ਦੇ ਚੇਅਰਮੈਨ ਹੈ, ਔਰ ਤਿੰਨੇ ਜਿਹੜੇ ਹੈਗੇ ਆ ਕੈਂਪੇਨ ਦਾ ਹਿੱਸਾ ਨੇ। ਜੀ ਸੰਧੂ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਆਖਰੀ ਮੇਰਾ ਸਵਾਲ ਹੈ ਕਿ ਐਨਆਰਆਈਜ਼ ਦਾ ਤੁਹਾਡੇ ਹਲਕੇ ਦੇ ਵਿੱਚ ਮੁੱਲਾਂਪੁਰ ਦਾਖਾ, ਇਹ ਐਨਆਰਆਈਜ਼ ਬੈਲਟ ਮੰਨੀ ਜਾਂਦੀ ਹੈ, ਇੱਥੋਂ ਤੋਂ ਲੈ ਕੇ ਜਗਰਾਓਂ ਤੱਕ, ਮੋਗੇ ਤੱਕ ਜਾਂਦਾ, ਤੇ ਇਹ ਐਨਆਰਆਈਜ਼ ਦਾ ਕਿੰਨਾ ਕੁ ਯੋਗਦਾਨ ਹੈ, ਜਾਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ? ਕਿਉਂਕਿ ਵੱਡੀ ਗਿਣਤੀ ਸਰੋਤੇ ਐਨਆਰਆਈ ਸਾਡੇ ਤੁਹਾਨੂੰ। ਸੁਖ ਧਾਲੀਵਾਲ ਜੀ ਦਾ ਪਿੰਡ ਜੀ ਸੂਜਾਪੁਰ ਦਾਖੇ ਹਲਕੇ 'ਚ ਹੈ ਜੀ, ਵਨ ਆਫ ਦ ਰਿਸਪੈਕਟਡ ਪਾਰਲੀਮੈਂਟੇਰੀਅਨਸ ਜੀ, ਕੈਨੇਡਾ ਦੇ ਵਿੱਚ, ਔਰ ਇੰਨੇ ਕੁ ਐਨਆਰਆਈ ਹੈਗੇ ਹੈ ਕਿ ਮੈਂ ਜਿਹੜੀ ਆ ਬੈਲਟ ਹੈਗੀ ਹੈ, ਲੈਟਸ ਸੇ ਇੱਧਰੋਂ ਸ਼ੁਰੂ ਹੁੰਦੀ ਹੈ ਮੰਡਿਆਣੀ ਸਵੱਦੀ ਕਲਾਂ ਤੋਂ, ਜਦੋਂ ਆਪਾਂ ਚੱਲਦੇ ਹੋਏ ਗੌਰ ਹੁੰਦੇ ਹੋਏ ਲਤਾਲਾ ਛਪਾਰ ਤੱਕ ਪਹੁੰਚ ਜਾਂਦੇ ਹਾਂ, ਬਹੁਤ ਜ਼ਿਆਦਾ ਜਿਹੜੇ ਐਨਆਰਆਈ ਪਰਿਵਾਰ ਹੈਗੇ ਆ ਉਹ ਇਸ ਹਲਕੇ ਨਾਲ ਸੰਬੰਧਿਤ ਹੈ। ਮੈਂ ਇੱਕ ਛੋਟਾ ਜਿਹਾ ਯੋਗਦਾਨ, ਛੋਟਾ ਨਹੀਂ, ਯੋਗਦਾਨ ਬੜਾ ਵੱਡਾ ਹੈ ਜੀ। ਐਨਆਰਆਈਜ਼ ਬਹੁਤ ਵੱਡੇ ਤਰੀਕੇ ਨਾਲ ਇਸ ਹਲਕੇ ਵਿੱਚ ਯੋਗਦਾਨ ਪਾ ਰਹੇ ਆ, ਆਪਦੇ ਪਿੰਡ ਵਿੱਚ, ਆਪਦੇ ਪਿੰਡਾਂ ਵਿੱਚ। ਜੇ ਤਾਂ ਗੁਪਤ ਜਿਹਨੂੰ ਕਹਿੰਦੇ ਆਪਾਂ ਹੈਲਪ ਦੀ ਗੱਲ ਕਰੀਏ ਤਾਂ ਅਨੇਕਾਂ ਹੀ ਮਿਸਾਲਾਂ ਹੈ। ਬੋਪਾ ਰਾਏ ਪਿੰਡ ਹੈ, ਉੱਥੇ ਐਨਆਰਆਈਜ਼ ਹੈ, ਮੈਂ ਨਾਂ ਲਊਂਗਾ, ਕਈ ਵਾਰ ਮਹਿਸੂਸ ਕਰ ਜਾਂਦੇ ਸਾਡਾ ਨਾਂ ਕਿਉਂ ਲੈਂਦਾ, ਬਟ ਮੈਂ ਉਹਨਾਂ ਦੀ ਸੋਸ਼ਲ ਕੰਟਰੀਬਿਊਸ਼ਨ ਦੇਖੀ ਹੈਗੀ ਆ। ਫੱਲੇਵਾਲ ਇੱਕ ਪਿੰਡ ਹੈਗਾ, 1 ਕਰੋੜ ਦੀ ਲਾਗਤ ਨਾਲ ਉੱਥੇ ਇੱਕ ਸਟੇਟ ਆਫ ਦਾ ਆਰਟ ਵਾਟਰ ਟਰੀਟਮੈਂਟ, ਆਈ ਥਿੰਕ 3rd ਔਰ 4th ਇਨ ਇੰਟਾਇਰ ਪੰਜਾਬ ਹੈ ਪਿੰਡਾਂ ਦੇ ਵਿੱਚ ਉਹ ਬਣਿਆ। ਬੜਾ ਅਹਿਮ ਯੋਗਦਾਨ ਐਨਆਰਆਈਜ਼ ਦਾ ਉਸ ਟਰੀਟਮੈਂਟ ਪਲਾਂਟ ਦੇ ਵਿੱਚ ਰਿਹਾ ਹੈਗਾ ਆਪਦੇ ਪਿੰਡ ਲਈ। ਸਾਹਿਬ ਆਪਾਂ ਨਾ, ਸੌਰੀ ਮਹਿਸੂਸ ਨਾ ਕਰਿਓ ਨਿਰਮਲ ਜੀ, ਕਈ ਵਾਰ ਆਪਾਂ ਲਾਈਟਾਂ 'ਤੇ ਖੜੇ ਹੁੰਦੇ ਹਾਂ, ਕੋਈ ਗਰੀਬ ਪਰੇਸ਼ਾਨ ਬੰਦਾ ਆਪਣੇ ਕੋਲੇ ਮਦਦ ਲੈਣ ਆਉਂਦਾ, ਅਤੇ ਆਪਾਂ ਬਟੂਆ ਖੋਲ੍ਹਦੇ ਵੇਲੇ ਸੋਚ ਰਹੇ ਹੁੰਦੇ ਹਾਂ 20 ਦਈਏ, 50 ਦਈਏ ਕਿ 100 ਦਈਏ, ਜੀ ਮਨ 'ਚ ਖਿਆਲ ਆਉਂਦੇ ਆ ਜੀ। ਐਟਲੀਸਟ ਮੈਂ ਤਾਂ ਮਹਿਸੂਸ ਕਰਦਾ, ਸ਼ਾਇਦ ਕੋਈ ਹੋਰ ਨਾ ਕਰਦਾ ਹੋਵੇ। ਇੱਕ ਐਨਆਰਆਈ ਆਪਦੀ 10-9 ਦੀ ਕਿਰਤ 'ਚੋਂ ਤੁਸੀਂ ਪੜ੍ਹਨੇ ਹੁਣ, ਉਹ ਬੋਰਡ ਪੜ੍ਹਨ ਵਾਲਾ ਹੈ, 10 ਲੱਖ, 5 ਲੱਖ, 4 ਲੱਖ। ਸਾਹਿਬ ਮੇਰੇ ਹਿਸਾਬ ਦੇ ਨਾਲ ਤਾਂ ਬੜਾ ਵੱਡਾ ਦਿਲ ਚਾਹੀਦਾ ਹੈ ਇਸ ਕਿਸਮ ਦੀ ਕੰਟਰੀਬਿਊਸ਼ਨ ਕਰਨ ਲਈ। ਪਿੰਡਾਂ ਦੇ ਵਿੱਚ ਸੀਵਰੇਜ ਪਾਉਣ ਲਈ ਆਪਦੇ ਪੱਲਿਓਂ ਪੈਸੇ, ਤਲਵੰਡੀ ਕਲਾਂ ਪਿੰਡ ਹੈ, ਬਹੁਤ ਅੱਛੀ ਕੰਟਰੀਬਿਊਸ਼ਨ ਹੈ ਐਨਆਰਆਈਜ਼ ਦੀ। ਮਤਲਬ ਦੇਖੋ, ਮੈਂ ਪਿੰਡ ਮਿਸ ਆਊਟ ਕਰ ਜੂੰਗਾ ਜੇ ਮੈਂ ਇੱਕ ਪਿੰਡ, ਔਰ ਕਈ ਵਾਰ ਇਹ ਮਹਿਸੂਸ ਹੋ ਜਾਂਦੇ ਐਨਆਰਆਈ ਬਾਹਰ ਬੈਠੇ, ਯਾਰ ਇਸ ਨੂੰ ਸਾਡਾ ਪਿੰਡ ਨਹੀਂ ਯਾਦ ਰਿਹਾ। 100 ਤੋਂ ਉੱਤੇ ਪਿੰਡ ਜਿੱਥੇ ਹੁਣ, ਉੱਥੇ ਇੱਕ ਅਹਿਮ ਯੋਗਦਾਨ ਹੈ, ਔਰ ਬਹੁਤ ਧੰਨਵਾਦ ਹੈ ਐਨਆਰਆਈਜ਼ ਦਾ ਕਿ ਉਹ ਆਪਦੇ ਹਲਕੇ ਦੇ ਵਿੱਚ, ਜਿੱਥੇ ਉਹ ਹੁਣ ਰਹੇ ਨਹੀਂ, ਜਿੱਥੇ ਉਹਨਾਂ ਦੀਆਂ ਅਗਲੀਆਂ ਪੁਸ਼ਤਾਂ ਉੱਥੋਂ ਦੀਆਂ ਜੰਪਲ ਬਣ ਗਈਆਂ, ਅੱਜ ਵੀ ਉਸ ਨਜ਼ਰੀਏ ਨਾਲ ਦੇਖਦੇ ਆ, ਅੱਜ ਵੀ ਉਸ ਪਿਆਰ ਨਾਲ, ਉਸ ਨਿੱਘ ਨਾਲ ਦੇਖਦੇ ਆ ਕਿ ਯਾਰ ਮੈਂ ਆਪਦੇ ਪਿੰਡ ਵਿੱਚ, ਮੈਂ ਆਪਦੇ ਹਲਕੇ ਵਿੱਚ ਕਿਸੇ ਮਰਜ਼ੀ ਤਰੀਕੇ ਨਾਲ ਕੰਟਰੀਬਿਊਟ ਕਰਾਂ। ਔਰ ਉਹ ਫਾਈਨੈਂਸ਼ੀਅਲ ਹੈਲਪ ਇੱਕ ਗਰੀਬ ਪਰਿਵਾਰ ਲਈ ਹੋਵੇ, ਜਾਂ ਇੱਕ ਲੋੜਵੰਦ ਪਰਿਵਾਰ ਲਈ ਹੋਵੇ, ਜਾਂ ਇੱਕ ਪਿੰਡ ਲਈ ਹੋਵੇ, ਜਾਂ ਇੱਕ ਧਾਰਮਿਕ ਜਗ੍ਹਾ ਲਈ ਹੋਵੇ, ਔਰ ਜਾਂ ਇੱਕ ਇਹੋ ਜਿਹੀ ਯੂਜ਼ ਲਈ, ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਫੱਲੇਵਾਲ ਦਾ ਜਿਵੇਂ ਐਗਜ਼ਾਮਪਲ ਦਿੱਤਾ, ਤਲਵੰਡੀ ਕਲਾਂ ਦਾ ਮੈਂ ਐਗਜ਼ਾਮਪਲ ਦਿੱਤਾ, ਸਵੱਦੀ ਕਲਾਂ ਦਾ ਐਗਜ਼ਾਮਪਲ ਦੇ ਸਕਦਾ, ਗੁੱਜਰਵਾਲ, ਲੋਹਗੜ੍ਹ ਪਿੰਡ, ਇੱਥੇ ਸਭ ਸਾਰੇ ਪਿੰਡਾਂ ਦੇ ਵਿੱਚ ਹੀ ਬਹੁਤ ਸਤਿਕਾਰ ਨਾਲ, ਔਰ ਮੈਂ ਬਹੁਤ ਧੰਨਵਾਦ ਕਰਦਾ ਐਨਆਰਆਈਜ਼ ਦਾ ਉਸ ਯੋਗਦਾਨ ਦਾ। ਸੱਚੇ ਪਾਤਸ਼ਾਹ ਉਹਨਾਂ 'ਤੇ ਮਿਹਰ ਰੱਖੇ, ਉਹਨਾਂ ਨੂੰ ਖੁਸ਼ ਰੱਖੇ, ਉੱਥੇ ਤੰਦਰੁਸਤੀਆਂ ਬਖਸ਼ੇ, ਆਏ ਉਹਨਾਂ ਦੀ
ਕਿਰਤ ਕਮਾਈ ਵਿੱਚ ਵਾਧਾ ਕਰੇ ਔਰ ਇਸੇ ਫਰਾਖਦਿਲੀ ਨਾਲ ਉਹ ਆਪਦੇ ਹਲਕੇ ਵਿੱਚ ਆਪਦੇ ਪਿੰਡ ਵਿੱਚ ਯੋਗਦਾਨ ਪਾਉਂਦੇ ਰਹਿਣ। ਜਿੰਨਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਘੱਟ ਹੈ। ਕੀ ਅਪੀਲ ਕਰਨਾ ਚਾਹੋਗੇ ਤੁਸੀਂ ਉਹਨਾਂ ਨੂੰ, ਜੇ ਤੁਸੀਂ ਜਿੱਤਦੇ ਹੋ ਇੱਥੋਂ ਹਲਕੇ ਤੋਂ, ਤਾਂ ਤੁਸੀਂ NRIs ਲਈ ਕੀ ਕਰੋਗੇ? ਦੇਖੋ, ਗੱਲਾਂ ਵੱਡੀਆਂ ਹੋ ਜਾਂਦੀਆਂ ਨਿਰਮਲ ਜੀ, ਪਰ ਮੈਂ ਗੱਲ ਛੋਟੀ ਰੱਖ ਕੇ ਕਰੂੰਗਾ ਕਿ ਇਹ ਫੈਸਲਾ ਐਕਚੁਅਲੀ ਸਪੀਕਿੰਗ NRIs ਤੈਅ ਕਰਨਗੇ। ਕਾਰਨ ਕੀ ਹੈ? ਦੇ ਆਰ ਲਿਵਿੰਗ ਇਨ ਅ ਡਿਵੈਲਪਡ ਕੰਟਰੀ। ਉਹ ਇੱਕ ਇਹੋ ਜਿਹੀ ਥਾਂ 'ਤੇ ਬੈਠੇ ਹੈ ਜਿੱਥੇ ਕਿ ਬਹੁਤ ਵਿਕਾਸ ਹੋਇਆ ਹੋਇਆ। ਅਸੀਂ ਇੱਕ ਡਿਵੈਲਪਿੰਗ ਨੇਸ਼ਨ ਹੈ ਔਰ ਦਾਖਾ ਤਾਂ ਵਿਚਾਰਾ ਬਹੁਤ ਜ਼ਿਆਦਾ ਇੱਥੇ ਕੁਛ ਹੋਣ ਵਾਲਾ ਹੈਗਾ। ਉਹ ਗਾਈਡ ਕਰਨ ਕਿ ਦਾਖੇ ਵਿੱਚ ਆਹ ਕਰਨਾ, ਉਹ ਕੰਟਰੀਬਿਊਟ ਕਰਨ ਤੋਂ ਨਾ ਨਹੀਂ ਕਰਨਗੇ। ਜਿਹੜੀ ਜ਼ਿੰਮੇਵਾਰੀ ਮੇਰੇ 'ਤੇ ਲਾਉਣਗੇ, ਮੈਂ ਉਸ ਦੇ ਵਿੱਚ ਤਨਦੇਹੀ ਨਾਲ ਪੂਰੀ ਕੋਸ਼ਿਸ਼ ਕਰਕੇ ਕੰਟਰੀਬਿਊਟ ਕਰੂੰਗਾ। ਉਹਨਾਂ ਦਾ ਆਈਡੀਆ ਇੱਥੇ ਇੰਪਲੀਮੈਂਟ ਕਰੀਏ। ਮੇਰੇ ਖਿਆਲ 'ਚ ਉਹ ਮਾਡਲ ਸਭ ਤੋਂ ਵਧੀਆ ਰਹੂਗਾ। ਧੰਨਵਾਦ ਸੰਧੂ ਸਾਹਿਬ ਤੁਹਾਡਾ ਬਹੁਤ-ਬਹੁਤ। ਤੇ ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਦੇ ਨਾਲ ਨੇ ਕਿ ਤੁਸੀਂ ਜੋ ਦਾਅਵੇ ਕਰਦੇ ਹੋ, ਜੋ ਕਹਿੰਦੇ ਹੋ, ਉਹਨਾਂ ਦੇ ਉੱਤੇ ਖਰੇ ਉਤਰ ਸਕੋ। ਤੇ ਉਸ ਤੋਂ ਬਾਅਦ ਫਿਰ ਤੁਹਾਡੀ ਇੰਟਰਵਿਊ ਅਸੀਂ ਕਰਨ ਲਈ ਆਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ ਧੰਨਵਾਦ। ਨਿਰਮਲ ਜੀ ਧੰਨਵਾਦ। ਪ੍ਰਾਈਮ ਏਸ਼ੀਆ ਦੇ ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ, ਪਰ ਨਾਲ ਮੈਂ ਕਹਿੰਦਾ ਕਿ ਇਸ ਚੈਨਲ ਨੂੰ ਜਿਸ ਤਰੀਕੇ ਨਾਲ ਦੇਸ਼ ਵਿਦੇਸ਼ ਵਿੱਚ ਸੁਣਿਆ ਜਾਂਦਾ ਹੈ, ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਇਸ ਚੈਨਲ ਦੇ ਹਿੱਸਾ ਹੋ ਔਰ ਇਸ ਤਰੀਕੇ ਨਾਲ ਤੁਸੀਂ ਸਰੋਤਿਆਂ ਨੂੰ ਆਪਦੇ ਨਾਲ ਜੋੜ ਰਿਹਾ, ਜਿਸ ਕਰਕੇ ਤੁਹਾਨੂੰ ਵਧਾਈ ਦੇਣਾ ਮੈਂ ਆਪਦਾ ਫਰਜ਼ ਸਮਝਦਾ। ਇਹ ਸਨ ਕੈਪਟਨ ਸੰਦੀਪ ਸਿੰਘ ਸੰਧੂ, ਦਾਖਾ ਹਲਕੇ ਤੋਂ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਨੇ। ਉਹ ਕਹਿੰਦੇ ਨੇ ਕਿ ਮੈਂ ਆਪਣੇ ਕੰਮਾਂ ਦੇ ਸਿਰ ਦੇ ਉੱਤੇ ਜਿਹੜਾ ਮੈਂ ਵਿਕਾਸ ਕੀਤਾ, ਲੋਕਾਂ ਦੇ ਕੰਮ ਕੀਤੇ ਨੇ ਤੇ ਲੋਕਾਂ ਦਾ ਲੀਡਰ ਬਣ ਕੇ ਮੈਂ ਇੱਥੇ ਵਿਚਰਿਆ। ਉਹ ਕਹਿੰਦੇ ਮੈਂ ਹਲਕੇ ਨਾਲ ਪਿਆਰ ਕਰਦਾ ਤੇ ਮੈਂ ਹਲਕੇ ਦੀ ਨੁਹਾਰ ਬਦਲਣ ਦੀ ਗੱਲ ਕਰਾਂਗਾ। ਤੇ ਜੇ ਉਹ ਜਿੱਤਦੇ ਨੇ ਤਾਂ ਉਹ ਕਹਿੰਦੇ ਮੈਂ ਤਾਂ ਵੀ ਲੋਕਾਂ ਦੇ ਵਿੱਚ ਰਹੂੰਗਾ ਤੇ ਲੋਕਾਂ ਦਾ ਹਰ ਇੱਕ ਫਤਵਾ ਉਹਨਾਂ ਨੂੰ ਮਨਜ਼ੂਰ ਹੋਊਗਾ। ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਦੇ ਦਾਅਵੇ ਤੇ ਵਾਅਦੇ ਕੀਤੇ ਨੇ, ਆਉਣ ਵਾਲੇ ਸਮੇਂ ਦੌਰਾਨ ਕਿਸ ਤਰ੍ਹਾਂ ਨਿਭਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਕੈਮਰਾਮੈਨ ਲਲਿਤ ਜੀ ਹੋਰਾਂ ਦੇ ਨਾਲ ਨਿਰਮਲ ਸਿੰਘ ਮਾਨਸ਼ਈਆ ਦੀ ਰਿਪੋਰਟ, ਮੁੱਲਾਂਪੁਰ ਦਾਖਾ ਤੋਂ। ਸਤਿ ਸ਼੍ਰੀ ਅਕਾਲ ਜੀ।